ਮਾਰਕੀਟ ਦੇ ਵਿੱਚ ਇਹ ਚੀਜ਼ਾਂ ਦੀ ਅਫਵਾਹ ਸੀਗੀ ਕਿ ਯੂਕੇ ਦੇ ਵਿੱਚ ਜਾ ਕੇ ਬੱਚਾ ਆਪਣੇ ਆਪ ਨੂੰ ਮਤਲਬ ਕਾਲੇ ਪਾਣੀ ਦੇ ਵਿੱਚ ਧਕੇਲ ਦਿੰਦਾ ਆ ਜਾਂ ਉਸ ਤੋਂ ਬਾਅਦ ਉਹਦੇ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ। ਕੈਨੇਡਾ ਹੈ ਨਾ, ਕੈਨੇਡਾ ਜਾਣ ਲਈ ਸਰ ਇੱਕ ਤਾਂ ਸਾਨੂੰ ਐਕੈਡੈਮਿਕਲੀ ਜਿਹੜੇ ਮਤਲਬ ਨੰਬਰ ਪਰਸੈਂਟੇਜ ਆ ਉਹ ਬਹੁਤ ਹਾਈ ਲੈਵਲ ਦੀ ਚਾਹੀਦੀ ਆ। ਤੇ ਯੂਕੇ ਦੇ ਵਿੱਚ ਸਾਨੂੰ ਉਹ ਬਹੁਤ ਜ਼ਿਆਦਾ ਇਸ ਚੀਜ਼ ਲਈ ਵਾਈਬਰੈਂਟ ਆ ਕਿ ਉਹ ਸਾਨੂੰ ਵਿਦਆਊਟ ਆਇਲਸ ਵੀ ਚਾਂਸ ਦੇ ਰਹੀ ਆ। ਜਿੱਦਾਂ ਜਿਹਦੇ ਕੋਲ ਕੈਨੇਡਾ ਦੀ ਆਪਸ਼ਨਸ ਨਹੀਂ ਹੈਗੀਆਂ, ਇੱਥੇ ਕਾਫੀ ਆਪਸ਼ਨਸ ਆ ਜਿਹਦੇ ਵਿੱਚ ਬੱਚਾ ਆਪਣਾ ਅਪਲਾਈ ਕਰ ਸਕਦਾ ਆ। ਜਿਹਦੇ ਕੋਲ ਆਇਲਸ ਹੈ ਉਹ ਵੀ ਅਪਲਾਈ ਕਰ ਸਕਦਾ, ਨਹੀਂ ਆਇਲਸ ਹੈ ਉਹ ਵੀ ਅਪਲਾਈ ਕਰ ਸਕਦਾ। ਜੀ ਆਫਟਰ ਦੈਟ ਜਿਹਦੇ ਮਾਰਕਸ ਅਕੈਡਮਿਕ ਦੇ ਵਿੱਚੋਂ ਘੱਟ ਨੇ ਉਹ ਵੀ ਅਪਲਾਈ ਆਪਣਾ ਕਰ ਸਕਦਾ ਆ। ਸਟੂਡੈਂਟ ਨੂੰ ਬੁਲਾਉਣ ਦੇ ਲਈ ਬਹੁਤ ਸਾਰੀਆਂ ਜਿਹੜੇ ਟ੍ਰਿਕ ਵੀ ਅੱਜ ਕੱਲ੍ਹ ਚੱਲਦੇ ਨੇ ਤੇ ਬਾਅਦ 'ਚ ਫਿਰ ਇਲਜ਼ਾਮ ਲੱਗ ਜਾਂਦੇ ਨੇ ਕਿ ਨਹੀਂ ਜੀ ਇਹ ਗਲਤ ਸੀਗਾ, ਸਾਨੂੰ ਸਿਰਫ ਖਿੱਚਣ ਤੱਕ ਦਾ ਮਤਲਬ ਸੀ। ਕਿ ਇੱਦਾਂ ਦਾ ਤਾਂ ਨਹੀਂ ਆਇਆ ਭੁਪਿੰਦਰ ਜੀ? ਅਸੀਂ ਉੱਦਾਂ ਹੀ ਹਵਾ 'ਚ ਗੱਲਾਂ ਨਹੀਂ ਕਰ ਰਹੇ। ਸਾਡੇ ਕੋਲੇ ਔਨ ਰਿਕਾਰਡ 1000+ ਵੀਜ਼ਾਸ ਜਿਹੜੇ ਜਿਹਦੇ ਵਿੱਚ 50% ਵੀਜ਼ਾਸ ਜਿਹੜੇ ਅਸੀਂ ਵਿਦਆਊਟ ਆਇਲਸ ਲਏ ਹੋਏ ਆ। ਵਿੱਚ ਜਿਹੜੇ ਵੀ ਛੋਟੀ ਵੱਡੀ ਅਮਾਊਂਟ ਦੀ ਜੋ ਵੀ ਖਰਚਾ ਆਉਂਦਾ ਉਹ ਸਾਰਾ ਕੰਪਨੀ ਪਹਿਲਾਂ ਇਨਵੈਸਟ ਆਪਣੇ ਕੋਲੋਂ ਕਰਦੀ ਆ। ਆਫਟਰ ਵੀਜ਼ਾ ਹੀ ਬੱਚੇ ਕੋਲੋਂ ਸਾਰੇ ਪੈਸੇ ਲਈਦੇ। ਅਸੀਂ ਔਨ ਰਿਕਾਰਡ ਤੁਹਾਨੂੰ ਇੱਥੇ ਬੋਲ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਦੇਖ ਰਹੇ ਹੋ ਤੇ ਮੈਂ ਹਾਂ ਰਾਓ ਵਰਿੰਦਰ ਸਿੰਘ। ਅੱਜ ਦੇ ਜ਼ਮਾਨੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣਾ ਜ਼ਿਆਦਾ ਪਸੰਦ ਕਰਦੀ ਹੈ। ਇਸ ਦੇ ਕਾਰਨ ਤਾਂ ਬਹੁਤ ਸਾਰੇ ਨੇ, ਪਰ ਦੇਖਿਆ ਜਾ ਰਿਹਾ ਕਿ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਲਈ ਬਹੁਤ ਸਾਰੇ ਜਿਹੜੇ ਸੈਂਟਰ ਨੇ, ਬਹੁਤ ਸਾਰੇ ਜੋ ਦਫ਼ਤਰ ਨੇ ਉਹ ਬਣੇ ਹੋਏ ਨੇ। ਪਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਮੇਂ-ਸਮੇਂ 'ਤੇ ਇਹ ਵੀ ਆਉਂਦੀਆਂ ਨੇ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਨੌਜਵਾਨਾਂ ਦੇ ਨਾਲ ਠੱਗੀ ਵੀ ਮਾਰ ਲੈਂਦੇ ਨੇ। ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ, ਖਬਰਾਂ ਅਸੀਂ ਦੇਖ ਚੁੱਕੇ ਹਾਂ। ਪਰ ਇਸ ਸਮੇਂ ਜੇਕਰ ਗੱਲ ਕਰੀਏ ਤਾਂ ਜੇਕਰ ਹੁਣ ਤੱਕ ਕੈਨੇਡਾ, ਆਸਟ੍ਰੇਲੀਆ ਦੇ ਵੱਲ ਨੌਜਵਾਨਾਂ ਦਾ ਰੁਝਾਨ ਰਿਹਾ ਸੀ, ਤਾਂ ਹੁਣ ਮੁੜ ਕੇ ਫਿਰ ਬਹੁਤ, ਜੇਕਰ ਕਈ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਯੂਕੇ ਦੇ ਵਿੱਚ ਜਾਣ ਦਾ ਪੰਜਾਬੀ ਨੌਜਵਾਨਾਂ ਦਾ ਕਿਸੇ ਸਮੇਂ ਸੁਪਨਾ ਹੁੰਦਾ ਸੀ ਤੇ ਉਹ ਸੁਪਨਾ ਹੁਣ ਦੁਬਾਰਾ ਪੰਜਾਬ ਦੇ ਨੌਜਵਾਨ ਦੇਖ ਰਹੇ ਨੇ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਯੂਕੇ ਯਾਨੀ ਕਿ ਇੰਗਲੈਂਡ ਦੇ ਲਈ ਨੌਜਵਾਨਾਂ ਦੇ ਜਿਹੜੇ ਸਟੱਡੀ ਵੀਜ਼ਾ ਨੇ ਉਹਨਾਂ ਦੀ ਜਿਹੜੀ ਸਕਸੈਸ ਰੇਟ ਆ ਉਹ ਬਹੁਤ ਜ਼ਿਆਦਾ ਹੈ। ਸੋ ਅੱਜ ਸਾਡੇ ਨਾਲ ਕੁਝ ਮਹਿਮਾਨ ਸਟੂਡੀਓ ਦੇ ਵਿੱਚ ਨੇ। ਪਹਿਲਾਂ ਤਾਰਫ ਕਰਾਉਂਦੇ ਆ, ਦੱਸ ਦਿੰਦੇ ਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਇਹ WEIC ਪ੍ਰਾਈਵੇਟ ਲਿਮਟਿਡ ਦਾ ਜਿਹੜਾ ਇੱਕ ਸੈਂਟਰ ਚਲਾ ਰਹੇ ਨੇ। ਪਿਛਲੇ 10 ਸਾਲਾਂ ਤੋਂ ਸੁਲਤਾਨਪੁਰ ਲੋਧੀ ਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਕਹਿ ਲਈਏ ਤਾਂ 1000 ਤੋਂ ਵਧੇਰੇ ਜਿਹੜੇ ਨੌਜਵਾਨਾਂ ਦੇ ਵੀਜ਼ੇ ਨੇ ਉਹ ਸਟੱਡੀ ਵੀਜ਼ੇ ਦੇ ਤੌਰ ਤੇ ਲਵਾ ਚੁੱਕੇ ਨੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸਿੰਘ ਤੇ ਭੁਪਿੰਦਰ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਸਰ। ਪਹਿਲਾਂ ਤਾਂ ਦੱਸ ਦਿਓ ਕਿ ਜਿੱਦਾਂ ਮੈਂ ਦੱਸਿਆ ਕਿ WEIC ਸੁਲਤਾਨਪੁਰ ਲੋਧੀ ਦੇ ਵਿੱਚ ਤੁਹਾਡਾ ਜਿਹੜਾ ਇਹ ਸੈਂਟਰ ਹੈਗਾ, ਆਫਿਸ ਹੈਗਾ, ਕਿੰਨੇ ਕੁ ਸਾਲਾਂ ਤੋਂ, ਜਿਵੇਂ ਮੈਨੂੰ ਪਤਾ ਲੱਗਿਆ ਕਿ 10 ਸਾਲਾਂ ਤੋਂ ਤੁਸੀਂ ਉੱਥੇ ਸੇਵਾਵਾਂ ਦੇ ਰਹੇ ਹੋ, ਕਿੰਨੇ ਕੁ ਜੇ ਗੱਲ ਕਰ ਲਈਏ ਕਿ 1000+ ਤੁਸੀਂ ਕਹਿ ਰਹੇ ਹੋ ਕਿ ਅਸੀਂ ਨੌਜਵਾਨਾਂ ਦੇ ਜਿਹੜੇ ਵੀਜ਼ੇ ਨੇ ਉਹ ਲਵਾ ਰਹੇ ਹਾਂ ਇਸ ਵੇਲੇ, ਜੇਕਰ ਰੁਝਾਨ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਮੈਨੂੰ ਪਤਾ ਲੱਗਿਆ ਕਿ ਯੂਕੇ ਦੇ ਵੱਲ ਬਹੁਤ ਸ਼ਿਫਟ ਹੋ ਰਿਹਾ ਨੌਜਵਾਨਾਂ ਦਾ, ਕਾਰਨ ਕੀ ਮੰਨਦੇ ਹੋ ਤੁਸੀਂ ਅੰਮ੍ਰਿਤਪਾਲ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਅੰਮ੍ਰਿਤਪਾਲ ਸਿੰਘ ਔਨ ਦਾ ਬਿਹਾਫ ਆਫ WEIC ਪ੍ਰਾਈਵੇਟ ਲਿਮਟਿਡ ਸੁਲਤਾਨਪੁਰ ਲੋਧੀ। ਸਾਨੂੰ ਸਰ ਉੱਥੇ 10 ਸਾਲ ਤੋਂ ਜ਼ਿਆਦਾ ਹੋ ਗਏ। ਸੁਲਤਾਨਪੁਰ ਲੋਧੀ ਦੇ ਵਿੱਚ ਸਾਡਾ ਕੈਂਪਸ ਆ ਜੀ। ਅਸੀਂ ਯੂਕੇ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਹਨਾਂ ਦੇ ਅਸੀਂ ਟੂਰਿਸਟ ਵੀਜ਼ਾ ਕਰਦੇ ਹਾਂ ਜੀ। ਅਸੀਂ ਸਟੱਡੀ ਵੀਜ਼ੇ ਦੇ ਵੀ ਲਈ ਅਪਲਾਈ ਵੀ ਕਰਾਈਦਾ, ਅਸੀਂ ਟੂਰਿਸਟ ਵੀਜ਼ਾ ਲਈ ਕਰਵਾਈਦਾ ਐਂਡ ਮਲਟੀਪਲ ਵੀਜ਼ਾਸ ਆਉਂਦੇ ਆ। ਤੇ ਸਾਨੂੰ ਅਸੀਂ ਹੁਣ ਤੱਕ ਜ਼ਿਆਦਾ ਤੋਂ ਜ਼ਿਆਦਾ 1000+ ਵੀਜ਼ਾ ਅਸੀਂ ਕਰਵਾ ਚੁੱਕੇ ਹਾਂ, ਜਿਹੜੇ ਕਿ ਨੌਜਵਾਨਾਂ ਨੂੰ ਅਸੀਂ ਦੇ ਚੁੱਕੇ ਹਾਂ। ਠੀਕ ਹੈ। ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਸ਼ਿਫਟ ਹੋ ਰਿਹਾ ਨੌਜਵਾਨਾਂ ਦਾ ਜਿਹੜਾ ਇੰਟਰਸਟ ਆ, ਕੈਨੇਡਾ ਕਿਸੇ ਵੇਲੇ ਬਹੁਤ ਲੋਕ ਜਾ ਰਹੇ ਸੀ, ਨੌਜਵਾਨਾਂ ਦੀ ਪਹਿਲ ਹੁੰਦੀ ਸੀ ਕਿ ਕੈਨੇਡਾ ਜਾਣਾ। ਫਿਰ ਆਸਟ੍ਰੇਲੀਆ ਦਾ ਵੀ ਬਹੁਤ ਰੁਝਾਨ ਵਧਿਆ ਤੇ ਹੁਣ ਵਾਪਸ ਜਿਹੜਾ ਕਿ ਸ਼ਿਫਟ ਕਿਵੇਂ ਹੋ ਰਹੇ ਨੇ ਇੰਗਲੈਂਡ ਦੇ ਵੱਲ? ਕਿਉਂਕਿ ਜਦੋਂ ਅਸੀਂ ਦੇਖਿਆ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਇੰਗਲੈਂਡ, ਪੰਜਾਬੀ ਜਿਹੜੇ ਇੰਗਲੈਂਡ ਵੱਲ ਬਹੁਤ ਜਾਂਦੇ ਸੀ, ਉਹ ਰੁਝਾਨ ਵਾਪਸ ਆਉਣਾ, ਉਹਦਾ ਕੀ ਕਾਰਨ ਕੀ ਹੈ? ਯੂਕੇ ਕੋਈ ਰਿਲੈਕਸੇਸ਼ਨ ਦੇ ਰਿਹਾ ਜ਼ਿਆਦਾ? ਸਰ ਕੋਈ ਟਾਈਮ ਸੀ ਕਿ ਉਸ ਟਾਈਮ ਦੇ ਉੱਤੇ ਕੈਨੇਡਾ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਸੀ
ਬਟ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਯੂਕੇ ਆ ਉਹਦੇ ਵੱਲ ਸਟੂਡੈਂਟ ਕਾਫੀ ਜਾ ਰਿਹਾ, ਕਿਉਂਕਿ ਇੱਕ ਧਾਰਨਾ ਬਣੀ ਹੋਈ ਸੀ ਕਿ ਕੈਨੇਡਾ ਜਿਹੜਾ ਆ ਉਹ PR ਜਲਦੀ ਦੇ ਦਿੰਦਾ ਜੀ। ਬਟ ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ UK ਦੇ ਵਿੱਚ ਵੀ ਸਾਨੂੰ ਵਰਕ ਪਰਮਿਟ ਬਾਅਦ ਦੇ ਵਿੱਚ ਦਿੰਦੀਆਂ ਯੂਨੀਵਰਸਿਟੀਜ਼। ਪਹਿਲਾਂ ਹੁੰਦਾ ਸੀ ਕਿ ਕਾਲਜਿਸ ਦੇ ਵਿੱਚ ਅਪਲਾਈ ਹੁੰਦਾ ਸੀ, ਕਾਲਜਿਸ ਨੂੰ ਹੁੰਦਾ ਸੀ ਕਿ ਉਹ ਕਈ ਕਾਲਜਿਸ ਦੇ ਵਿੱਚ ਬਲੈਕ ਲਿਸਟ ਹੋ ਗਏ ਜੀ। ਬਟ ਅੱਜ ਦੇ ਟਾਈਮ ਦੇ ਵਿੱਚ ਅਸੀਂ ਜਿਹੜਾ ਅਪਲਾਈ ਕਰਾਈਦਾ, ਅਸੀਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਵਾਈਦਾ। ਅਪਲਾਈ ਹੋਣ ਤੋਂ ਬਾਅਦ ਜਦੋਂ ਬੱਚਾ ਆਪਣੀ ਸਟੱਡੀ ਕੰਪਲੀਟ ਕਰਦਾ, ਉਸ ਤੋਂ ਬਾਅਦ ਉਹਨੂੰ ਉੱਥੇ ਵਰਕ ਪਰਮਿਟ ਵੀ ਮਿਲਦਾ ਉਹਨਾਂ ਵੱਲੋਂ, ਜਿਹਦੇ ਬਿਹਾਫ ਦੇ ਉੱਤੇ ਬੱਚਾ ਅੱਗੇ ਆਪਣੀ PR ਪ੍ਰੋਸੈਸ ਕਰ ਸਕਦਾ। ਇਸ ਕਰਕੇ ਬੱਚਿਆਂ ਦਾ ਜਿਹੜਾ ਰੁਝਾਨ ਆ ਅੱਜ ਦੀ ਡੇਟ ਦੇ ਵਿੱਚ UK ਵੱਲ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਕਿੰਨਾ ਸਮਾਂ ਕਿੰਨਾ ਲੱਗ ਸਕਦਾ ਜਦੋਂ ਬੱਚੇ ਦੀ ਪੜ੍ਹਾਈ ਕੰਪਲੀਟ ਹੋ ਗਈ? ਮੰਨ ਲਓ 2 ਸਾਲ ਦਾ ਕੋਈ ਕੋਰਸ ਸੀਗਾ ਇੰਗਲੈਂਡ ਦੇ ਵਿੱਚ, ਉਹ ਪੂਰਾ ਕਰ ਲਿਆ, ਫਿਰ PR ਦੇ ਲਈ ਕਿੰਨਾ ਟਾਈਮ? ਜਦੋਂ ਬੱਚੇ ਦਾ ਕੋਰਸ ਸਟੱਡੀ ਕੰਪਲੀਟ ਹੁੰਦੀ ਆ, ਉਸ ਤੋਂ ਬਾਅਦ ਉਹਨੂੰ ਯੂਨੀਵਰਸਿਟੀ ਵੱਲੋਂ ਜਾਂ ਉੱਥੋਂ ਐਮਬੈਸੀ ਵੱਲੋਂ ਉਹਨੂੰ ਵਰਕ ਪਰਮਿਟ ਮਿਲਦਾ। ਵਰਕ ਪਰਮਿਟ ਤੋਂ ਬਾਅਦ ਫਿਰ ਉਹ ਆਪਣਾ ਅੱਗੇ ਜਿਹੜਾ ਆ PR ਪ੍ਰੋਸੈਸ ਕਰ ਸਕਦਾ ਆ। ਜਿੰਨਾ ਟਾਈਮ ਉੱਥੇ ਦੇ ਪ੍ਰੋਟੋਕੋਲਸ ਦੇ ਹਿਸਾਬ ਨਾਲ ਲੱਗਦਾ, ਉਨਾ ਹੀ ਟਾਈਮ ਉਹਨੂੰ ਲੱਗੇਗਾ। ਬਟ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ UK ਦੇ ਵਿੱਚ ਵੀ PR ਪ੍ਰੋਸੈਸ ਕਰ ਸਕਦੇ ਹਾਂ। ਇੱਕ ਖਾਸ ਸੀਮਾ ਤੈਅ ਨਹੀਂ ਹੈ ਸਮੇਂ ਦੀ, ਵੀ ਜਿੱਦਾਂ ਕੈਨੇਡਾ 'ਚ ਕਹਿੰਦੇ ਆ ਕਿ 2 ਜਾਂ 3 ਸਾਲਾਂ ਦੇ ਵਿੱਚ ਤੁਹਾਡਾ ਹੋਏ ਜਾਣਾ? ਜਿੱਦਾਂ ਕੈਨੇਡਾ ਦੇ ਵਿੱਚ ਕਹਿ ਸਕਦੇ ਹੋ ਕਿ 2 ਤੋਂ 3 ਸਾਲ ਇਹੀ ਸੇਮ ਟਾਈਮ ਦਾ ਪ੍ਰੋਸੈਸ ਆ ਕਿ UK ਦੇ ਵਿੱਚ ਵੀ ਤੁਸੀਂ ਇੰਨੇ ਕੁ ਟਾਈਮ ਦੇ ਵਿੱਚ ਆਪਣਾ ਜਿਹੜਾ ਪ੍ਰੋਸੈਸ ਉਹ ਕਰਵਾ ਸਕਦੇ ਹੋ ਵਰਕ ਪਰਮਿਟ ਤੋਂ ਬਾਅਦ। ਤੇ ਯੂਨੀਵਰਸਿਟੀ 'ਚ ਜਦੋਂ ਸਟੱਡੀ ਕੰਪਲੀਟ ਕਰੋਗੇ, ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਉੱਥੋਂ ਮਿਲ ਜਾਂਦਾ ਆ ਤੇ ਉਹਦੇ ਨਾਲ ਤੁਸੀਂ ਵੀ PR ਕਰਵਾ ਸਕਦੇ ਹੋ ਅੱਗੇ ਆਪਣੀ। ਜੀ। ਭੁਪਿੰਦਰ ਜੀ, ਤੁਹਾਡੇ ਤੋਂ ਸਵਾਲ ਕਰਾਂਗਾ ਮੈਂ ਕਿ ਜਿੱਦਾਂ ਅੰਮ੍ਰਿਤਪਾਲ ਜੀ ਨੇ ਦੱਸਿਆ ਕਿ ਇੰਨਾ ਕੁ ਸਮਾਂ ਲੱਗਦਾ ਹੈ ਜੀ, ਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਵੀ ਦੇਖਿਆ ਕਿ ਵੈਸੇ ਹੀ ਇੱਕ ਧਾਰਨਾ ਬਣੀ ਹੋਈ ਹੈ ਕਿ ਯਾਰ ਇੰਗਲੈਂਡ ਦਾ PR ਬੜੀ ਮੁਸ਼ਕਿਲ ਆ, ਵੀ ਤੁਸੀਂ ਚਲੇ ਤਾਂ ਜਾਂਦੇ ਹੋ ਜੀ ਪਰ PR ਨਹੀਂ ਤੁਹਾਨੂੰ ਮਿਲਦੀ। ਜੇ ਵਰਕ ਪਰਮਿਟ ਵੀ ਮਿਲ ਜੇ ਤਾਂ PR ਬੜੀ ਸੌਖੀ ਮਿਲਦੀ ਨਹੀਂ ਹੈ ਜੀ। ਇਹ ਸਹੀ ਹੈ ਕਿ ਜਾਂ ਇਹਦੇ 'ਚ ਕੋਈ ਭੁਲੇਖਾ ਹੈ? ਸਭ ਤੋਂ ਪਹਿਲਾਂ ਮੈਂ ਔਨ 에ਅਰ ਚੈਨਲ ਦਾ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ। ਮੈਂ ਦੱਸ ਦੇਣਾ ਚਾਹੁੰਦਾ ਕਿ ਸਰ, ਲੋਕਾਂ ਦੇ ਵਿੱਚ ਬਹੁਤ ਸਾਰੇ ਰਿਊਮਰਸ, ਮਾਰਕੀਟ ਦੇ ਵਿੱਚ ਇਹ ਚੀਜ਼ਾਂ ਦੀ ਅਫਵਾਹ ਸੀਗੀ ਕਿ UK ਦੇ ਵਿੱਚ ਜਾ ਕੇ ਬੱਚਾ ਆਪਣੇ ਆਪ ਨੂੰ ਮਤਲਬ ਕਾਲੇ ਪਾਣੀ ਦੇ ਵਿੱਚ ਧਕੇਲ ਦਿੰਦਾ ਆ, ਜਾਂ ਉਸ ਤੋਂ ਬਾਅਦ ਉਹਦੇ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ। ਇਸ ਕਰਕੇ ਲੋਕਾਂ ਦੀ ਜਿਹੜੀ ਮੈਂਟੈਲਿਟੀ ਸੀਗੀ ਉਹ ਇਸ ਵੱਲ ਜ਼ਿਆਦਾ ਸੀ ਕਿ ਕੈਨੇਡਾ 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 ਨਾ। ਕੈਨੇਡਾ ਜਾਣ ਲਈ ਸਰ ਇੱਕ ਤਾਂ ਸਾਨੂੰ ਐਕੈਡੈਮਿਕਲੀ ਜਿਹੜੇ ਮਤਲਬ ਨੰਬਰ ਪਰਸੈਂਟੇਜ ਆ ਉਹ ਬਹੁਤ ਹਾਈ ਲੈਵਲ ਦੀ ਚਾਹੀਦੀ ਆ, ਪਲੱਸ ਉਹਦੇ ਲਈ IELTS ਜਿਹੜੀ ਉਹ ਰਿਕੁਆਇਰਡ ਆ ਹਰ ਹਾਲਤ ਵਿੱਚ। ਬਟ UK ਦੇ ਵਿੱਚ ਸਾਨੂੰ ਉਹ ਬਹੁਤ ਜ਼ਿਆਦਾ ਇਸ ਚੀਜ਼ ਲਈ ਵਾਈਬ੍ਰੈਂਟ ਆ ਕਿ ਉਹ ਸਾਨੂੰ ਵਿਦਆਊਟ IELTS ਵੀ ਚਾਂਸ ਦੇ ਰਹੀ ਆ। ਔਰ ਬੱਚਿਆਂ ਦੇ ਮੈਂ ਸਮਝਿਆ ਨਹੀਂ ਗੱਲ, ਮਤਲਬ ਤੁਸੀਂ ਵੀ ਦਾਅਵਾ ਕਰ ਰਹੇ ਹੋ ਕਿ UK ਆ ਜਿਹੜਾ ਬਿਨਾ IELTS ਤੋਂ, ਤੁਸੀਂ IELTS ਨਾ ਵੀ ਕੀਤੀ ਹੋਵੇ ਤਾਂ ਵੀ ਤੁਹਾਨੂੰ ਉਹ ਐਡਮਿਸ਼ਨ ਦੇ ਦਿੰਦੇ ਨੇ। ਇਹ ਸਮਝ ਬੜੀ ਮੁਸ਼ਕਿਲ ਹੈ ਇਹ ਸਮਝਣਾ ਕਿ ਜਦੋਂ ਕਿਸੇ ਬੱਚੇ ਨੂੰ ਇੰਗਲਿਸ਼ ਨਹੀਂ ਆਉਂਦੀ ਹੋਏਗੀ, ਜਿਹਨੂੰ ਆਉਂਦੀ ਹੋਏਗੀ ਉਹ ਤਾਂ IELTS ਕਰ ਲੂਗਾ, ਨਹੀਂ IELTS ਵਾਲੇ ਨੂੰ ਕਿੱਦਾਂ ਉਹ ਦੇ ਦੇਣਗੇ? ਦੇਖੋ, 2 ਚੀਜ਼ਾਂ ਆ ਜੀ, ਮਤਲਬ IELTS ਅਲੱਗ ਚੀਜ਼ ਆ, ਇੰਗਲਿਸ਼ ਜਿਹੜੀ ਆ ਉਹ ਤਾਂ ਰਿਕੁਆਇਰਡ ਹੈ ਹੀ ਹੈ। ਅਗਰ ਸਾਡੇ ਕੋਲੇ UK ਜਾਣ ਲਈ ਬੱਚਿਆਂ ਦੇ ਕੋਲੇ IELTS ਨਹੀਂ ਹੈਗੀ, ਉਹ ਚੀਜ਼ ਉਹ ਸਮਝ 'ਚ ਆ ਰਹੀ ਆ। ਬਟ ਜੇ ਅਸੀਂ ਕਹਿ ਦਈਏ ਕਿ ਬੱਚਾ ਇੰਗਲਿਸ਼ ਦੇ ਵਿੱਚ ਵੀ 0 ਆ, ਤਾਂ ਉਹ ਚੀਜ਼ ਸਮਝ ਦੇ ਵਿੱਚ ਨਹੀਂ ਹੈਗੀ। ਆਪਾਂ ਉਹਨੂੰ ਬੱਚੇ ਨੂੰ ਵਿਦਆਊਟ IELTS ਇੰਗਲਿਸ਼ ਦੇ ਬਿਹਾਵ ਤੇ +2 ਦੇ ਵਿੱਚ ਇੰਗਲਿਸ਼ 'ਚੋਂ ਨੰਬਰ ਅਗਰ ਉਹਦੇ ਅੱਛੇ ਹੈਗੇ ਆ, ਆਪਾਂ ਉਸ ਬਿਹਾਵ ਦੇ ਉੱਤੇ ਜਾਂ ਉਹਦੀ ਜਿਹੜੀ ਇੰਟਰਵਿਊ, ਆਪਾਂ ਯੂਨੀਵਰਸਿਟੀ ਦੀ ਇੰਟਰਵਿਊ ਆ, ਉਹਦੀ ਸਾਡੀਆਂ ਪਾਰਟੀਕੂਲਰ ਟੀਮਾਂ ਜਿਹੜੀਆਂ ਹੈਗੀਆਂ ਆ, ਉਹ ਉਹਨੂੰ 0 ਤੋਂ +10 ਦੇ ਵਿੱਚ ਲੈ ਕੇ ਜਾਣ ਲਈ ਤਿਆਰੀ ਕਰਵਾਉਂਦੇ ਆ। ਅਸੀਂ Day 1 ਤੋਂ ਹੀ ਬੱਚੇ ਨੂੰ ਇੰਟਰਵਿਊ ਦੀ ਤਿਆਰੀ ਕਰਵਾਈ ਦੀ ਆ। ਔਰ ਅਸੀਂ ਇੰਗਲਿਸ਼ ਦੇ ਬਿਹਾਵ ਦੇ ਉੱਤੇ ਯੂਨੀਵਰਸਿਟੀ ਤੋਂ ਜਿਹੜੀ ਦਾਖਲਾ ਚਿੱਠੀ ਆ, ਆਫਰ ਲੈਟਰ, ਉਹ ਅਸੀਂ ਮੰਗਵਾ ਕੇ ਉਸ ਤੋਂ ਬਾਅਦ ਉਹ ਬੱਚੇ ਦਾ ਆਪਾਂ ਉੱਥੇ ਐਡਮਿਸ਼ਨ ਕਰਵਾ ਕੇ ਤਾਂ ਆਪਾਂ ਉਹਨੂੰ ਐਮਬੈਸੀ ਤੋਂ ਵੀਜ਼ਾ ਲੈ ਕੇ ਦਿੰਦੇ ਆ। ਕੋਈ ਆਈਡੀਆ ਹੈਗਾ ਵੀ +2 ਜੋ ਇੰਗਲਿਸ਼ 'ਚ ਜੋ ਇੰਨੇ ਕੁ ਨੰਬਰ ਹੋਣ ਤਾਂ ਫਿਰ ਉਹਨੂੰ ਲੋੜ ਨਹੀਂ ਪੈਂਦੀ? ਦੇਖੋ ਜੀ, ਓਵਰਆਲ ਮਿਨੀਮਮ ਮਤਲਬ 45% ਚਾਹੀਦੇ ਆਪਾਂ ਨੂੰ +2 ਚੋਂ ਜੀ, ਠੀਕ ਹੈ ਜੀ। ਐਂਡ ਇੰਗਲਿਸ਼ ਦੇ ਵਿੱਚੋਂ 50+ ਚਾਹੀਦੇ ਆ ਆਪਾਂ ਨੂੰ, ਤਾਂ ਆਪਾਂ ਇਦਾਂ ਦੇ ਔਨ ਰਿਕਾਰਡ ਸਾਡੇ ਕੋਲੇ ਇਦਾਂ ਅਸੀਂ ਵੀਜ਼ੇ ਲਏ ਆ। ਅੱਛਾ, ਫੀਸ ਵਗੈਰਾ ਅੰਮ੍ਰਿਤਪਾਲ ਜੀ ਕਿੰਨੀ ਕੁ ਹੈ ਜੇ ਕੰਪੇਅਰ ਕਰੀਏ ਕੈਨੇਡਾ ਦੇ ਨਾਲ UK ਨੂੰ? ਘੱਟ ਹੈ ਜਾਂ ਵੱਧ ਹੈ, ਕਿੰਨੀ? ਸਰ, ਫੀਸਾਂ ਦਾ ਕੈਨੇਡਾ ਨਾਲੋਂ ਕਾਫੀ ਘੱਟ ਹੈ ਇੱਥੇ। ਦੂਜਾ ਇਹ ਆ ਕਿ ਬੱਚਾ ਜਿੱਦਾਂ ਜਿਹਦੇ ਕੋਲ ਕੈਨੇਡਾ ਦੀ ਆਪਸ਼ਨਸ ਨਹੀਂ ਹੈਗੀਆਂ, ਇੱਥੇ ਕਾਫੀ ਆਪਸ਼ਨਸ ਆ ਜਿਹਦੇ ਵਿੱਚ ਬੱਚਾ ਆਪਣਾ ਅਪਲਾਈ ਕਰ ਸਕਦਾ ਹੈ। ਜਿੱਦਾਂ ਜਿਹਦੇ ਕੋਲ IELTS ਹੈ ਉਹ ਵੀ ਅਪਲਾਈ ਕਰ ਸਕਦਾ, ਨਹੀਂ IELTS ਹੈ ਉਹ ਵੀ ਅਪਲਾਈ ਕਰ ਸਕਦਾ। ਆਫਟਰ ਦੈਟ ਜਿਹਦੇ ਮਾਰਕਸ ਅਕੈਡਮਿਕ ਦੇ ਵਿੱਚੋਂ ਘੱਟ ਨੇ ਉਹ ਵੀ ਅਪਲਾਈ ਆਪਣਾ ਕਰ ਸਕਦਾ ਆ। ਮਤਲਬ ਯੂਨੀਵਰਸਿਟੀਜ਼ ਨੇ ਕਾਫੀ ਆਪਸ਼ਨ ਦਿੱਤੀਆਂ ਹੋਈਆਂ ਜਿਹਦੇ ਥਰੂ ਬੱਚਾ ਆਪਣਾ ਅਪਲਾਈ ਕਰ ਸਕਦਾ ਆ ਜੀ। ਇਹਦੇ ਵਿੱਚ ਇਹ ਜ਼ਰੂਰੀ ਆ ਕਿ ਇੰਗਲਿਸ਼ ਹੋਵੇ ਬੱਚੇ ਦੀ, ਬਟ IELTS ਨਾ ਵੀ ਹੋਵੇ ਬੱਚਾ ਤਾਂ ਵੀ
ਮਤਲਬ ਯੂਕੇ ਲਈ ਕਰ ਸਕਦਾ ਆਪਣਾ ਅਪਲਾਈ। ਪਰ ਇਹ ਕੀ ਵਾਕਈ ਸੱਚਾਈ ਹੈ ਇਹਦੇ ਵਿੱਚ ਜੋ ਤੁਸੀਂ ਗੱਲ ਕਰ ਰਹੇ ਹੋ, ਭੁਪਿੰਦਰ ਜੀ ਵੀ ਗੱਲ ਕਰ ਰਹੇ ਨੇ, ਕਿਉਂਕਿ ਲੋਕ ਸੁਣ ਰਹੇ ਨੇ, ਨੌਜਵਾਨ ਵੀ ਬਹੁਤ ਸੁਣ ਰਹੇ ਹੋਣਗੇ ਕਿ ਵਾਕਈ ਆਈਲੈਟਸ ਦੀ ਜ਼ਰੂਰਤ ਨਹੀਂ, ਜਾਂ ਕਈ ਵਾਰ ਜੋ ਦੇਖਿਆ ਜਾਂਦਾ ਹੈ ਕਿ ਸਟੂਡੈਂਟ ਨੂੰ ਬੁਲਾਉਣ ਦੇ ਲਈ ਬਹੁਤ ਸਾਰੀਆਂ ਜਿਹੜੇ ਟ੍ਰਿਕ ਵੀ ਅੱਜ ਕੱਲ੍ਹ ਚੱਲਦੇ ਨੇ, ਤੇ ਬਾਅਦ 'ਚ ਫਿਰ ਇਲਜ਼ਾਮ ਲੱਗ ਜਾਂਦੇ ਨੇ ਕਿ ਨਹੀਂ ਜੀ ਇਹ ਗਲਤ ਸੀਗਾ, ਸਾਨੂੰ ਸਿਰਫ ਖਿੱਚਣ ਤੱਕ ਦਾ ਮਤਲਬ ਸੀ। ਕਿ ਇਦਾਂ ਦਾ ਤਾਂ ਨਹੀਂ ਹੈ ਭੁਪਿੰਦਰ ਜੀ? ਨਹੀਂ ਸਰ, ਬਿਲਕੁਲ ਅਸੀਂ ਉੱਦਾਂ ਹੀ ਹਵਾ 'ਚ ਗੱਲਾਂ ਨਹੀਂ ਕਰ ਰਹੇ। ਸਾਡੇ ਕੋਲੇ ਔਨ ਰਿਕਾਰਡ 1000+ ਵੀਜ਼ਾਸ ਜਿਹੜੇ, ਜਿਹਦੇ ਵਿੱਚ 50% ਵੀਜ਼ਾਸ ਜਿਹੜੇ ਅਸੀਂ ਵਿਦਆਊਟ ਆਇਲਸ ਲਏ ਹੋਏ ਆ। ਰੀਸੈਂਟਲੀ ਸਾਡੇ ਸਟੂਡੈਂਟ ਦੇ ਵੀਜ਼ਾ ਆਏ ਨੇ, ਔਰ ਸਰ ਮਤਲਬ ਯੂਕੇ ਵੱਲ ਜ਼ਿਆਦਾ ਇੰਟਰਸਟ ਸਟੂਡੈਂਟ ਦਾ ਜ਼ਿਆਦਾਤਰ ਇਸੇ ਕਰਕੇ ਹੀ ਅਟਰੈਕਟ ਹੋ ਰਿਹਾ ਆ ਕਿ ਬੱਚਿਆਂ ਨੂੰ ਆਇਲਸ ਕਰਨ ਦੇ ਵਿੱਚ ਥੋੜਾ ਜਿਹਾ ਗਰੇਜ਼ ਹੋ ਜਾਂਦਾ ਆ, ਪੰਜਾਬੀ ਨੌਜਵਾਨ ਜਿਹੜੇ ਆ, ਔਰ ਉਹ ਵਿਦਆਊਟ ਆਇਲਸ ਉਹ ਚਾਹੁੰਦੇ ਆ ਕਿ ਕੋਈ ਇਦਾਂ ਦੀ ਜਾਦੂ ਦੀ ਛੜੀ ਹੋਵੇ, ਸਾਨੂੰ ਕਰਨਾ ਵੀ ਕੁਛ ਨਾ ਪਵੇ। ਔਰ ਅਸੀਂ ਯੂਕੇ ਵੀ ਅੱਜ ਕੱਲ੍ਹ ਜਿਹੜਾ ਹੈਗਾ ਡੈਸਟੀਨੇਸ਼ਨ, ਹੁਣ ਸਾਡੇ ਕੋਲ ਜਿਹੜੀ ਸਾਡੇ ਬੱਚੇ ਯੂਕੇ ਜਾ ਚੁੱਕੇ ਆ ਐਜ਼ ਏ ਅਲੂਮਨੀ ਪ੍ਰੋਫਾਈਲ, ਉਹ ਆਪਣੇ ਫਰੈਂਡਸ ਨੂੰ ਐਜੂਕੇਟ ਕਰਦੇ ਆ ਕਿ ਅਸੀਂ ਦੇਖੋ 2 ਤੋਂ 3 ਮਹੀਨੇ ਦੇ ਵਿੱਚ ਅਸੀਂ ਵੀਜ਼ਾ ਲੈ ਦਿੰਦੇ ਆ, ਪੋਜ਼ਿਟਿਵ ਰਿਜ਼ਲਟ ਆ ਰਹੇ ਆ। ਔਰ ਉਹਨਾਂ ਦੇ ਜਿਹੜੀ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੁੰਦੀ ਆ ਸਟੂਡੈਂਟਸ ਦੇ ਵਿੱਚ, ਉਹ ਇੱਕ ਦੂਜੇ ਨਾਲ ਇਹ ਗੱਲਾਂ ਸ਼ੇਅਰ ਕਰਦੇ ਆ। ਔਰ ਸਰ ਔਨ ਰਿਕਾਰਡ ਅਸੀਂ ਵਿਦਆਊਟ ਆਇਲਸ ਵੀਜ਼ੇ ਲਏ ਆ, ਔਰ ਮਿਨੀਮਮ 45% ਜਿਹੜੀ +2 ਦੇ ਵਿੱਚੋਂ ਬਹੁਤ ਜ਼ਿਆਦਾ ਨਹੀਂ ਹੁੰਦੀ, ਇੰਨੀ ਤਾਂ ਈਜ਼ੀਲੀ ਹਰ ਬੰਦਾ ਲੈ ਲੈਂਦਾ ਆ। ਔਰ ਅਸੀਂ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗ ਵੀ ਬੱਚਿਆਂ ਨੂੰ ਅਸੀਂ ਯੂਕੇ ਦੇ ਵੀਜ਼ੇ ਲੈ ਕੇ ਦਿੱਤੇ ਆ। ਠੀਕ ਹੈ ਜੀ। ਤੇ ਕਈ ਬੱਚੇ ਦੇਖਦੇ ਆ ਕਿ ਜਦੋਂ ਬਾਹਰ ਤਾਂ ਚਲੋ ਚਲੇ ਜਾਂਦੇ ਆ, ਜਾਂ ਕੋਈ ਚੰਗਾ ਏਜੰਟ ਮਿਲ ਜਾਂਦਾ ਕਿ ਉਹ ਫਾਈਲ ਕਲੀਅਰ ਹੋ ਜਾਂਦਾ, ਚੰਗੇ ਪੇਪਰ ਲੱਗ ਜਾਂਦੇ ਆ ਜੀ, ਪਰ ਬਾਅਦ ਜਾ ਕੇ ਫਿਰ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਵੀ ਹੋ ਜਾਂਦੇ ਨੇ ਕਿ ਜਿਹੜੇ ਉੱਥੇ ਜੋ ਪੜ੍ਹਾਈ ਉਹਨਾਂ ਦਾ ਕੋਰਸ ਹੁੰਦਾ ਉਹ ਕੰਪਲੀਟ ਨਹੀਂ ਕਰ ਪਾਉਂਦੇ, ਰਹਿ ਜਾਂਦਾ ਜਾਂ ਫੇਲ ਹੋ ਜਾਂਦਾ। ਮਤਲਬ ਉਹਨਾਂ ਦੇ ਲਈ ਫਿਰ ਕਿੰਨਾ ਕੁ ਮੁਸ਼ਕਿਲ ਹੋ ਜਾਂਦਾ? ਉਹਨਾਂ ਲਈ ਅਸੀਂ ਦੇਖੋ ਜੀ, ਅਸੀਂ ਬੱਚੇ ਨੂੰ ਕਾਉਂਸਲਿੰਗ ਤੋਂ ਲੈ ਕੇ ਵੀਜ਼ਾ ਲੈਣ ਤੱਕ, ਔਰ ਉਸ ਤੋਂ ਬਾਅਦ ਵੀ ਅਸੀਂ ਇਨ ਟੱਚ ਰਹਿੰਦੇ ਆ ਬੱਚਿਆਂ ਦੇ ਨਾਲ। ਸਾਡੇ ਜਿਹੜੇ ਸਪੈਸ਼ਲ ਕੇਸ ਆਫਿਸਰਸ ਆ ਉਹ ਇਨ ਟੱਚ ਰਹਿੰਦੇ ਆ ਸਟੂਡੈਂਟਸ ਦੇ ਨਾਲ, ਜਿਹੜੇ ਉਹਨਾਂ ਦੇ ਥਰੂ ਆਪਣਾ ਸਾਰਾ ਪ੍ਰੋਸੈਸ ਕਰਾ ਕੇ ਗਏ ਹੁੰਦੇ ਆ। ਅਸੀਂ ਡੇ 1 ਤੋਂ ਉਹਨਾਂ ਨੂੰ ਇਹ ਚੀਜ਼ ਐਜੂਕੇਟ ਕਰੀਦੀ ਆ ਕਿ ਆਪਣੀ ਸਟੱਡੀ ਨੂੰ ਰੈਗੂਲਰ ਰੱਖਣਾ ਤੁਸੀਂ। ਅਗਰ ਸਟੱਡੀ ਤੁਸੀਂ ਰੈਗੂਲਰ ਨਹੀਂ ਕਰੋਗੇ, ਯੂਨੀਵਰਸਿਟੀ ਦੇ ਵਿੱਚ ਨਹੀਂ ਜਾਓਗੇ, ਤੁਹਾਡੀਆਂ ਅਟੈਂਡੈਂਸ ਪੂਰੀਆਂ ਨਹੀਂ ਹੋਗੀਆਂ, ਤਾਂ ਜਿਹੜੀ ਤੁਹਾਡੀ PR ਦੇ ਚਾਂਸਸ ਆ ਉਹ ਬਹੁਤ ਘਟ ਜਾਂਦੇ ਆ। ਘਟ ਕੀ ਜਾਂਦੇ ਆ, ਉਹ ਪੋਸੀਬਲ ਹੀ ਨਹੀਂ ਹੈਗਾ ਉਸ ਚੀਜ਼ ਤੋਂ ਬਗੈਰ। ਅਸੀਂ ਬੱਚਿਆਂ ਨੂੰ ਇਹੀ ਕਹੀਦਾ ਆ। ਔਰ ਈਵਨ ਸਾਡੇ ਜਿਹੜੇ ਸਟੂਡੈਂਟ ਗਏ ਨੇ ਇੱਥੋਂ, ਉਹ ਆਪਣੀ ਸਟੱਡੀ ਰੈਗੂਲਰ ਕਰ ਵੀ ਰਹੇ ਨੇ, ਔਰ ਉਹਨਾਂ ਨੂੰ ਆਫਟਰ ਮਤਲਬ ਸਟੱਡੀ ਉਹਨਾਂ ਨੂੰ PSW ਜਿਹੜਾ ਪੋਸਟ ਸਟੱਡੀ ਵਰਕਆਊਟ ਮਤਲਬ ਵਰਕ ਪਰਮਿਟ ਜਿਹੜਾ ਹੈਗਾ ਉਹਨਾਂ ਨੂੰ ਮਿਲ ਵੀ ਰਿਹਾ ਆ। ਔਰ ਸਭ ਤੋਂ ਜ਼ਿਆਦਾ ਜਿਹੜੇ ਪੋਜ਼ਿਟਿਵ ਰਿਜ਼ਲਟ ਆਏ ਆ ਉਹ ਸਪਾਊਸ ਕੇਸਿਸ ਦੇ ਵਿੱਚ ਆਏ ਆ। ਜ਼ਿਆਦਾ ਉਹਦੇ 'ਚ ਨੇ, ਜ਼ਿਆਦਾ ਸਪਾਊਸ ਕੇਸਿਸ ਦੇ ਵਿੱਚ ਆ। ਉਹਦੇ 'ਚ ਇਹ ਹੋ ਜਾਂਦਾ ਸਰ ਕਿ ਇੱਕ ਬੰਦਾ ਮਤਲਬ ਮੇਨ ਐਪਲੀਕੈਂਟ ਸਟੱਡੀ ਲਈ ਗਿਆ ਆ, ਉਹ ਆਪਣੀ ਸਟੱਡੀ ਦੇ ਉੱਤੇ ਫੋਕਸ ਕਰ ਰਹੇ ਨੇ। ਜਿਹੜੇ ਉਹਨਾਂ ਦੇ ਨਾਲ ਸਪਾਊਸ ਗਏ ਨੇ ਉਹਨਾਂ ਨੂੰ ਆਪਾਂ ਵਰਕ ਪਰਮਿਟ ਵੀਜ਼ਾ ਲੈ ਕੇ ਦੇਈਦਾ, ਉਹ ਆਪਣਾ ਕੰਮ ਕਰ ਰਹੇ ਨੇ, ਆਪਣੀ ਫੈਮਿਲੀ ਦੀ ਦੇਖ ਰੇਖ ਕਰ ਰਹੇ ਨੇ। ਇਕੱਠੇ ਜਾ ਸਕਦੇ ਨੇ ਜਾਂ ਜੋ ਪਹਿਲਾਂ ਸਟੂਡੈਂਟ ਹੁੰਦਾ ਉਹ ਪਹਿਲਾਂ ਜਾਂਦਾ, ਸਪਾਊਸ ਬਾਅਦ ਦੇ ਵਿੱਚ? ਨਹੀਂ ਜੀ ਨਹੀਂ, ਬਿਲਕੁਲ ਇਕੱਠੇ ਜਾ ਸਕਦੇ ਨੇ ਔਰ ਜਾਂਦੇ ਨੇ। ਸਾਡੇ ਰੀਸੈਂਟਲੀ ਵੀਜ਼ਾਸ ਆਏ ਨੇ। ਤੇ ਉੱਥੇ ਫਿਰ ਕਿੰਨੇ ਔਰਲੀ ਜਿਹੜਾ ਕੰਮ ਆ ਉਹ ਕਰ ਸਕਦੇ ਹਫਤੇ ਦੇ ਵਿੱਚ? ਕੁਝ ਹੈ ਹੋਣੀ ਕੋਈ? ਸਰ ਉਹ ਸਰ ਵਰਕ ਪਰਮਿਟ ਵੀਜ਼ਾ ਆ, ਉਹ ਡਿਪੈਂਡ ਕਰਦਾ ਉਹਨਾਂ ਤੇ, ਉਹ ਜਿੰਨਾ ਚਾਹੇ ਉਹਨਾਂ ਟਾਈਮ ਕੰਮ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਜਿਹੜੇ ਬੰਦੇ ਨੂੰ ਆਪਾਂ ਵਰਕ ਪਰਮਿਟ ਵੀਜ਼ਾ ਲੈ ਕੇ ਦੇ ਰਹੇ ਆ, ਉਹਨਾਂ ਨੂੰ ਸਟੱਡੀ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈਗਾ। ਉਹਨਾਂ ਦਾ ਕੰਮ ਆ ਸਿਰਫ ਉਹ ਮਤਲਬ ਆਪਣਾ ਜੌਬ ਲੱਭ ਕੇ ਵਧੀਆ ਅਰਨਿੰਗ ਆਪਣੀ ਕਰਨ। ਜਿੰਨੇ ਘੰਟੇ ਵੀ ਵਰਕ ਪਰਮਿਟ ਅਸੀਂ ਲੈ ਕੇ ਦੇਈਦਾ। ਉਹ ਤੁਸੀਂ ਵੱਖਰਾ ਲੈ ਕੇ ਦਿੰਦੇ ਹੋ? ਉਹਨਾਂ ਦਾ ਵਰਕ ਪਰਮਿਟ ਹੁੰਦਾ। ਅੱਛਾ, ਇੱਕ ਦੇ ਲਈ ਸਟੱਡੀ ਵੀਜ਼ਾ ਹੋ ਗਿਆ, ਸਟੱਡੀ ਵੀਜ਼ਾ ਹੋ ਗਿਆ, ਸਪਾਊਸ ਲਈ ਤੁਸੀਂ ਵਰਕ ਪਰਮਿਟ ਉਹਨਾਂ ਨੂੰ ਲੈ ਕੇ ਦੇਈਦਾ, ਤਾਂ ਕਿ ਉਹ ਜਿਹੜਾ ਕੰਮ ਆਪਣਾ ਉਹ ਕਰ ਸਕਣ, ਉਹਨਾਂ ਨੂੰ ਕੋਈ ਰੁਕਾਵਟ ਨਾ ਆਵੇ ਉੱਥੇ। ਉਹ ਕਿੱਦਾਂ ਪੋਸੀਬਲ ਹੈ? ਕਿਉਂਕਿ ਇੱਥੇ ਬੈਠੇ ਤੇ ਉੱਥੇ ਨਾਲ ਦੀ ਨਾਲ ਵਰਕ ਪਰਮਿਟ, ਉਹ ਤੁਸੀਂ ਕਿੱਦਾਂ? ਜਿੱਦਾਂ ਯੂਕੇ ਇਹ ਹੈਲਪ ਕਰਦਾ ਕਿ ਇੱਕ ਜਿੱਦਾਂ ਸਟੱਡੀ ਕਰਨ ਜਾ ਰਿਹਾ ਨਾਲ ਕੋਈ ਦੂਜਾ ਜਾ ਕੇ ਉਹਦੀ ਹੈਲਪ ਕਰ ਸਕਦਾ, ਕਿ ਜਿਹੜੇ ਨਹੀਂ ਇੰਨਾ ਮੈਨੇਜ ਕਰ ਸਕਦੇ। ਉਹਦੇ ਵਿੱਚ ਇਹ ਆ ਕਿ ਉਹਨੂੰ ਅਸੀਂ ਨਾਲ ਵਰਕ ਪਰਮਿਟ ਅਪਲਾਈ ਕਰਾਈਦਾ, ਦੋਨੋਂ ਇਕੱਠੇ ਹੀ ਫਲਾਈ ਕਰਦੇ ਇੱਥੋਂ, ਤੇ ਉੱਥੇ ਜਾ ਕੇ ਉਹਨਾਂ ਦਾ ਵਰਕ ਪਰਮਿਟ ਹੁੰਦਾ, ਉਹ ਆਪਣਾ ਕੰਮ ਕਰ ਸਕਦੇ, ਤੇ ਸਟੂਡੈਂਟ ਜਿਹੜਾ ਆਪਣੀ ਸਟੱਡੀ ਕੰਪਲੀਟ ਕਰਦਾ ਆ। ਠੀਕ ਹੈ ਜੀ। ਤੇ ਫੀਸ ਵਗੈਰਾ ਕੀ ਸਾਰਾ ਜੇ ਆਪਾਂ ਮਿਲਾ ਕੇ ਚੱਲੀਏ ਦੋਨਾਂ ਚੀਜ਼ਾਂ ਦਾ, ਕਿ ਸਟੱਡੀ ਵੀਜ਼ਾ ਦਾ ਵੀ ਤੇ ਸਪਾਊਸ ਦਾ ਵਰਕ ਪਰਮਿਟ ਦਾ ਵੀ? ਦੇਖੋ ਅਸੀਂ ਫੀਸ ਪ੍ਰੋਪਰ ਪੈਕੇਜ ਕੀ ਆ? ਫੀਸ ਦੇ ਰਿਲੇਟਡ ਇਹ ਆ ਕਿ ਅਸੀਂ ਜਦੋਂ ਸਾਡੇ ਕੋਲ ਸਟੂਡੈਂਟ ਆਉਂਦਾ, ਅਸੀਂ ਉਹਦੇ ਕੋਲ 1 ਰੁਪਿਆ ਵੀ ਪਹਿਲਾਂ ਨਹੀਂ ਲਈਦਾ ਐਡਵਾਂਸ। ਅਸੀਂ ਜਦੋਂ ਉਹਨਾਂ ਦਾ ਵੀਜ਼ਾ ਕੰਪਲੀਟ ਹੋ ਜਾਂਦਾ, ਆਫਟਰ ਦੈਟ ਹੀ ਸਾਰੀ ਉਹਨਾਂ ਕੋਲੋਂ ਪੇਮੈਂਟ ਲਈਦੀ ਆ। ਇਹਦੇ ਵਿੱਚ ਇਹ ਹੁੰਦਾ ਕਿ ਸਾਡੇ ਕੋਲ ਕਈ ਕੇਸਿਸ ਇੱਦਾਂ ਦੇ ਆਉਂਦੇ ਆ ਜਿਹੜੇ ਕਿ ਆਪਣੀ ਕਮਾਈ ਜੋੜੀ ਹੁੰਦੀ ਆ, ਉਹਨਾਂ ਨੂੰ ਜਦੋਂ ਵੀਜ਼ਾ ਲੈ ਕੇ ਦੇਈਦਾ, ਵੀਜ਼ੇ ਤੋਂ ਬਾਅਦ ਸਾਨੂੰ ਪੇਮੈਂਟ ਦਿੰਦੇ ਆ, ਉਹ ਨਾਲ ਸਾਨੂੰ ਦੁਆਵਾਂ ਵੀ ਦੇ ਕੇ ਜਾਂਦੇ ਆ। ਇਹ ਬੜੀ ਵੱਡੀ ਚੀਜ਼ ਆ ਕਿ ਸਾਨੂੰ ਉਹਨਾਂ ਕੋਲੋਂ ਦੁਆਵਾਂ ਮਿਲਦੀਆਂ। ਪੇਮੈਂਟ ਦਾ ਚਲੋ ਇੱਕ ਅਲੱਗ ਚੀਜ਼ ਹੋ ਗਈ,
ਤੇ ਉਹਦੇ ਵਿੱਚ ਇਹ ਆ ਕਿ ਅਸੀਂ ਸਾਰੀ ਪੇਮੈਂਟ ਕੰਪਲੀਟ ਹੀ ਆਫਟਰ ਦੈਟ ਲਈ ਦੀ। ਕਈ ਏਜੰਟਸ ਹੋਣਗੇ ਜਿਹੜੇ ਲੱਖ ਰੁਪਈਆ ਫੰਡਸ ਦਾ ਲੈਣਗੇ ਜਾਂ 1.5 ਲੱਖ ਲੈਣਗੇ ਜੀ, ਬਟ ਸਾਡੇ ਕੋਲ ਇਦਾਂ ਦੀ ਕੋਈ ਚੀਜ਼ ਨਹੀਂ। ਅਸੀਂ ਜਿੰਨਾ ਵੀ ਹੈ ਸਾਰਾ ਆਫਟਰ ਵੀਜ਼ਾ ਹੀ ਲਈਦਾ ਸਟੂਡੈਂਟ ਕੋਲੋਂ ਪੈਸੇ। ਕੱਲ ਮੈਨੂੰ ਯਾਦ ਆਇਆ, ਕੱਲ ਚੰਡੀਗੜ੍ਹ ਦੇ ਵਿੱਚ ਕੁਝ ਬੱਚੇ ਜਿਹੜੇ ਇਕੱਠੇ ਹੋਏ ਸੀ, ਉਹ ਸਾਡੇ ਸਹਿਯੋਗੀ ਵੀ ਸੀ, ਉਹਨਾਂ ਦੇ ਵੱਲੋਂ ਵੀ ਇੱਕ ਬੱਚੇ ਨਾਲ ਇੰਟਰਵਿਊ ਕੀਤੀ ਸੀ। ਉਹ ਬੱਚਾ ਇਹ ਕਹਿ ਰਿਹਾ ਕਿ ਪਹਿਲਾਂ ਇਹ ਕਿਹਾ ਜਾਂਦਾ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੋਈ ਪੈਸਾ ਪਹਿਲਾਂ ਨਹੀਂ ਲੈਂਦੇ, ਵੀਜ਼ਾ ਆ ਜਾਏਗਾ ਸਾਰਾ ਫਿਰ ਬਾਅਦ ਚੋਂ ਲਵਾਂਗੇ ਜੀ। ਉਹ ਬੱਚਾ ਵੀ ਇਦਾਂ ਹੀ ਕਹਿ ਰਿਹਾ ਸੀ, ਕਹਿੰਦਾ ਕਿ ਮੈਨੂੰ ਵੀ ਕਿਸੇ ਨੇ ਕਿਹਾ ਹੋਣਾ, ਕੋਈ ਏਜੰਟ ਹੋਣੇ, ਤੇ ਕਿ ਸਾਨੂੰ ਇਹ ਕਿਹਾ ਗਿਆ ਕਿ ਕੋਈ ਪੈਸਾ ਨਹੀਂ ਲੈਣਾ, ਬਾਅਦ ਦੇ ਵਿੱਚ ਜਦੋਂ ਕੰਮ ਹੋ ਜਾਏਗਾ ਫਿਰ ਪੈਸਾ ਲੈਣਾ। ਉਹ ਕਹਿੰਦਾ ਕਿ ਜਦੋਂ ਫਾਈਲ ਲਾਈ ਫਿਰ 25,000 ਜੀ ਇਹਦੇ ਵਿੱਚ ਮੰਗਣ ਲੱਗ ਗਏ। ਉਸ ਤੋਂ ਬਾਅਦ ਫਿਰ ਕੀ ਡਾਕੂਮੈਂਟ ਰੱਖ ਲਏ, ਓਰੀਜਨਲ ਡਾਕੂਮੈਂਟ ਰੱਖ ਲਏ, ਤਾਂ ਇਸ ਤਰੀਕੇ ਦੇ ਨਾਲ ਬਲੈਕਮੇਲ। ਅਸੀਂ ਵੀ ਇਹਦੇ ਵਿੱਚ ਇਹ ਆ ਕਿ ਦੇਖੋ ਸੁਣਿਆ ਹੀ ਆ ਕਿ ਇਹ ਕਰਦੇ ਆ, ਬਟ ਇਹ ਆ ਕਿ ਸਾਡੇ ਕੋਲ ਬੱਚਾ ਜਦੋਂ ਫਸਟ ਡੇ ਆ ਜਾਂਦਾ, ਅਸੀਂ ਫਸਟ ਡੇ ਤੋਂ ਲੈ ਕੇ ਜਦੋਂ ਤੱਕ ਵੀਜ਼ਾ ਲੱਗਣਾ ਸੀ ਉਹਨਾਂ ਤੋਂ ਕੋਈ ਪੇਮੈਂਟ ਨਹੀਂ ਲਈਦੀ। ਆਫਟਰ ਵੀਜ਼ਾ ਹੀ ਅਸੀਂ ਕੰਪਲੀਟ ਪੇਮੈਂਟ ਲਈਦੀ ਉਹਨਾਂ ਕੋਲੋਂ। ਵਿੱਚ ਜਿਹੜੇ ਵੀ ਛੋਟੀ ਵੱਡੀ ਅਮਾਊਂਟ ਦੀ ਜੋ ਵੀ ਖਰਚਾ ਆਂਦਾ ਉਹ ਸਾਰਾ ਕੰਪਨੀ ਪਹਿਲਾਂ ਇਨਵੈਸਟ ਆਪਣੇ ਕੋਲੋਂ ਕਰਦੀ ਆ। ਆਫਟਰ ਵੀਜ਼ਾ ਹੀ ਬੱਚੇ ਕੋਲੋਂ ਸਾਰੇ ਪੈਸੇ ਲਈਦੇ। ਅਸੀਂ ਔਨ ਰਿਕਾਰਡ ਤੁਹਾਨੂੰ ਇੱਥੇ ਬੋਲ ਰਹੇ ਹਾਂ ਕਿ ਅਸੀਂ ਆਫਟਰ ਵੀਜ਼ਾ ਹੀ ਸਾਰੀ ਪੇਮੈਂਟ ਬੱਚੇ ਕੋਲੋਂ। ਦੇਖੋ ਉਹ ਮੈਂ ਤੁਹਾਨੂੰ ਉਹਦੇ ਪਿੱਛੇ ਇੱਕ ਰੀਜ਼ਨ ਦੱਸਦਾ ਜੀ। ਜਿਹੜਾ ਆਫਟਰ ਸਾਰਾ ਕੁਝ ਕਰਨ ਤੋਂ ਬਾਅਦ ਆਪਾਂ ਪੈਸਾ ਲੈ ਰਹੇ ਹਾਂ, ਉਹਦੇ ਪਿੱਛੇ ਵਜ੍ਹਾ ਇਹ ਹੈਗੀ ਆ ਕਿ ਕੁਛ ਟਾਈਮ ਪਹਿਲਾਂ ਸਾਡੇ ਕੋਲੇ ਇੱਕ ਕੇਸ ਆਇਆ ਸੀਗਾ ਜਿਹਦੇ ਵਿੱਚ ਮਤਲਬ ਬੱਚੀ ਸੀਗੀ ਕੋਈ, ਉਹਨਾਂ ਦੇ ਫਾਦਰ ਸਾਹਿਬ ਆ ਕੇ ਮਤਲਬ ਬਹੁਤ ਜ਼ਿਆਦਾ ਹੀ ਜਿੱਦਾਂ ਕਹਿ ਲਈਏ ਆਪਾਂ ਵੀ ਰਿਕੁਐਸਟ ਵਾਲੀ ਗੱਲ ਹੋ ਜਾਂਦੀ ਹੈ ਨਾ, ਉਹ ਉਹਨਾਂ ਨੇ ਸਾਡੇ ਅੱਗੇ ਮਤਲਬ ਹੱਥ ਹੀ ਜੋੜ ਦਿੱਤੇ ਕਿ ਮੈਂ ਆਪਣੀ ਬੱਚੀ ਨੂੰ ਬਾਹਰ ਭੇਜਣਾ ਚਾਹੁੰਦਾ ਆ, ਪਰ ਘਰ ਦੇ ਹਾਲਾਤ ਇਦਾਂ ਦੇ ਆ, ਹੈਂਡ ਟੂ ਮਾਊਥ ਵਾਲਾ ਕੰਮ ਆ। ਜੇ ਜਿੰਨੀ ਵੀ ਮਤਲਬ ਉਹਦੇ ਉੱਤੇ ਇਨਵੈਸਟਮੈਂਟ ਆ ਇੱਕ ਤਰ੍ਹਾਂ ਦੀ ਸਾਰਾ ਕੁਝ ਸੇਲ ਕਰਨ ਤੋਂ ਬਾਅਦ ਹੀ ਕਰਨੀ ਸੀ ਉਹਨਾਂ ਨੇ, ਤਾਂ ਉਹ ਕਹਿ ਰਹੇ ਸੀਗੇ ਕਿ ਬੱਚੀ ਨੂੰ ਭੇਜਣਾ ਵੀ ਜ਼ਰੂਰੀ ਆ ਤੇ ਪੈਸਾ ਵੀ ਜਿਹੜਾ ਆ ਉਹ ਰਿਸਕ ਵੀ ਨਹੀਂ ਲੈ ਸਕਦੇ। ਤੇ ਜਿਹੜੇ ਸਾਡੇ ਸਰ ਹੈਗੇ ਆ ਓਨਰ ਸਾਡੇ, ਉਹ ਬਹੁਤ ਜ਼ਿਆਦਾ ਡਾਊਨ ਟੂ ਅਰਥ ਆ। ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਦੀ ਨਾ ਉਹ ਗੱਲ ਉਹਨਾਂ ਨੂੰ ਇਹ ਲੱਗਿਆ ਕਿ ਹੈ ਤਾਂ ਆਪਾਂ ਐਜ਼ ਏ ਹਿਊਮਨ ਬੀਇੰਗ ਜੇ ਕਿਸੇ ਦੇ ਕੰਮ ਆ ਸਕਦੇ ਆ, ਪੈਸਾ ਸਾਰਾ ਕੁਝ ਨਹੀਂ ਹੁੰਦਾ। ਉਹਨਾਂ ਨੂੰ ਆਪਣੇ ਕੰਮ ਤੇ ਯਕੀਨ ਸੀਗਾ ਔਰ ਉਹ ਬੱਚਾ ਭੇਜਣਾ ਚਾਹੁੰਦੇ ਸੀਗੇ। ਦੈਨ ਅਸੀਂ ਉਹਨਾਂ ਦੇ ਜਿਹੜੇ ਐਕੈਡੈਮਿਕ ਤੇ ਪਾਸਪੋਰਟ, ਜਿਹੜੇ ਐਕੈਡੈਮਿਕ ਐਜੂਕੇਸ਼ਨਲ ਡਾਕੂਮੈਂਟਸ ਬੱਚੀ ਦੇ ਲੈ ਕੇ, ਉਹਨਾਂ ਦਾ ਪਾਸਪੋਰਟ ਲੈ ਕੇ ਜੀ ਆਪਾਂ ਉਹਨਾਂ ਦਾ ਸਾਰਾ ਕੇਸ ਜਿਹੜਾ ਪ੍ਰੋਸੈਸ ਕੀਤਾ, ਜੋ ਵੀ ਮਤਲਬ ਪ੍ਰੋਟੋਕਾਲ ਸੀਗਾ ਉਹਦੇ ਅਕੋਰਡਿੰਗ। ਐਂਡ ਆਫਟਰ ਵੀਜ਼ਾ ਉਹ ਸਾਨੂੰ ਨਾਲੇ ਤਾਂ ਪੈਸੇ ਦੇ ਕੇ ਗਏ ਪੂਰੇ, ਨਾਲ ਸਾਨੂੰ ਉਹ ਦੁਆਵਾਂ ਵੀ ਦੇ ਕੇ ਗਏ। ਔਰ ਉਹਨਾਂ ਦੀ ਫੈਮਿਲੀ ਇੰਨੀ ਕੁ ਜ਼ਿਆਦਾ ਖੁਸ਼ ਹੋਈ, ਕਿਤੇ ਨਾ ਕਿਤੇ ਸਾਡੇ ਲਈ ਉਹ ਚੀਜ਼ ਪੋਜ਼ਿਟਿਵ ਸੀਗੀ। ਤਾਂ ਆਪਾਂ ਉਸ ਚੀਜ਼ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਸੋਚਿਆ ਵੀ ਜੇ ਅਸੀਂ ਇਹਨਾਂ ਨਾਲ ਇੱਦਾਂ ਕਰ ਸਕਦੇ ਹਾਂ, ਠੀਕ ਆ, ਮਾਰਕੀਟ ਦੇ ਵਿੱਚ ਬੰਦੇ ਬਹੁਤ ਤਰ੍ਹਾਂ ਦੇ ਹੋਣਗੇ, ਕਰਦੇ ਹੋਣਗੇ ਸਾਰਾ ਕੁਝ, ਬਟ ਸਾਡਾ ਵਧੀਆ ਚੱਲ ਰਿਹਾ, ਸਾਨੂੰ ਲੋੜ ਨਹੀਂ ਇਸ ਚੀਜ਼ ਦੀ। ਪਰ ਜਦੋਂ ਤੁਸੀਂ ਆਪਣੇ ਲੈਵਲ ਤੇ ਜਿਹੜੀ ਫਾਈਲ ਲਗਾ ਦਿੰਦੇ ਹੋ, ਜਦੋਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਪਹਿਲਾਂ ਬੱਚੇ ਤੋਂ ਪੈਸੇ ਲੈਂਦੇ, ਉਹ ਫਾਈਲ ਲਗਾਉਣ ਦੇ ਲਈ ਜਾਂ ਫੀਸ ਲਗਾਉਣ ਦੇ ਲਈ ਉਹ ਕੁਝ ਤਾਂ ਫਿਰ ਤੁਹਾਨੂੰ ਵੀ ਕਰਨਾ ਪੈਂਦਾ ਹੋਣਾ ਨਾ ਪੇ ਉੱਧਰ ਜੀ। ਉਹ ਕੰਪਨੀ ਕਰਦੀ ਹੈ ਇਨਵੈਸਟ, ਬਟ ਅਸੀਂ ਜਿਹੜਾ ਬੱਚੇ ਕੋਲ ਲਈਦਾ ਉਹ ਅਸੀਂ ਆਫਟਰ ਵੀਜ਼ਾ ਹੀ ਲਈਦਾ। ਸਾਡੇ ਕੋਲ ਐਡਵੋਕੇਟਸ ਕੰਮ ਕਰਦੇ ਆ ਜਿਹੜੇ ਕਿ ਬੱਚੇ ਦੀ ਫਾਈਲ ਪ੍ਰੋਸੈਸ ਕਰਦੇ ਪ੍ਰੋਪਰ ਤਰੀਕੇ ਦੇ ਨਾਲ। ਕੋਈ ਇੱਦਾਂ ਦਾ ਚਾਂਸ ਨਾ ਹੋਵੇ ਕਿ ਕੱਲ੍ਹ ਨੂੰ ਬੱਚੇ ਦੀ ਰਿਫਿਊਜ਼ਲ ਆਵੇ। 15 ਸਾਲ ਤੋਂ ਐਕਸਪੀਰੀਅੰਸ ਬੈਠੇ ਆ ਫਾਈਲਿੰਗ ਡਿਪਾਰਟਮੈਂਟਸ ਦੇ ਵਿੱਚ ਜਿਹੜੇ ਕੰਮ ਕਰਦੇ ਆ ਜੀ। ਉਹ ਸਾਰਾ ਬੜੇ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਫਾਈਲ ਬੱਚੇ ਦੀ ਪ੍ਰੋਸੈਸ ਕਰਕੇ ਐਮਬੈਸੀ ਦੇ ਵਿੱਚ ਲਗਾਈ ਦੀ ਆ ਕਿ ਉਹਦਾ ਵੀਜ਼ਾ ਆਵੇ। ਤੇ ਪੇਮੈਂਟ ਵੀ ਸਾਰੀ ਜਿੰਨੀ ਹੁੰਦੀ ਅਸੀਂ ਆਫਟਰ ਵੀਜ਼ਾ ਹੀ ਲਈਦੀ, ਅਸੀਂ ਬੱਚੇ ਕੋਲ ਪਹਿਲਾਂ ਕੋਈ ਪੇਮੈਂਟ ਨਹੀਂ ਲਈਦੀ ਇਹਨਾਂ। ਠੀਕ ਹੈ, ਅਸੀਂ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਤੇ ਭੁਪਿੰਦਰ ਸਿੰਘ ਉਹਨਾਂ ਦੇ ਨਾਲ ਇੱਕ ਹੋਰ ਤੁਹਾਨੂੰ ਦੱਸ ਦਿੰਦੇ ਹਾਂ ਕਿ WEIC ਦੇ ਵਿੱਚ ਅੰਮ੍ਰਿਤਪਾਲ ਸਿੰਘ ਬਤੌਰ PRO ਕੰਮ ਕਰ ਰਹੇ ਨੇ, ਸੇਵਾਵਾਂ ਦੇ ਰਹੇ ਨੇ। ਭੁਪਿੰਦਰ ਸਿੰਘ ਬਤੌਰ ਡਿਪਟੀ PRO ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਨੇੜੇ ਤੇੜੇ ਹੈਗੇ ਹੋ ਸੁਲਤਾਨਪੁਰ ਲੋਧੀ ਇਲਾਕੇ ਦੇ, ਤਾਂ ਕਿੰਨੇ ਜਿਹੜਾ ਸੈਮੀਨਾਰ ਤੁਸੀਂ ਰੱਖਿਆ ਨਜ਼ਦੀਕ ਦੇ ਵਿੱਚ, ਉਹ ਥੋੜਾ ਦੱਸ ਦਿਓ। ਗੁੱਡ ਨਿਊਜ਼ ਕਹਿ ਲਓ ਕਿ ਅਸੀਂ 15 ਤਰੀਕ ਜੁਲਾਈ 15 ਨੂੰ ਅਸੀਂ ਇੱਕ UK ਦਾ ਸੈਮੀਨਾਰ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਜਿਹਨੇ ਵੀ ਕੋਈ ਵੀ UK ਦੇ ਦੌਰਾਨ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਉਹ ਬੱਚਾ ਸਾਨੂੰ ਆ ਕੇ ਮਿਲ ਸਕਦਾ। ਅਸੀਂ ਉਹ ਆਪਣੇ ਜਿੰਨੇ ਅਕੈਡਮਿਕਸ ਆ ਡਾਕੂਮੈਂਟਸ ਤੇ ਪਾਸਪੋਰਟ ਆਪਣੇ ਨਾਲ ਲਿਆ ਕੇ ਅਸੀਂ ਉਹਨਾਂ ਦੀ ਅਸੈਸਮੈਂਟ ਕਰਕੇ ਉਹਨਾਂ ਨੂੰ ਦੱਸ ਸਕਦੇ ਕਿ ਅਸੀਂ ਉਹਨਾਂ ਦਾ ਕਿਹੜੀ ਯੂਨੀਵਰਸਿਟੀ ਦੇ ਵਿੱਚ ਕਿਹੜੇ ਤਰੀਕੇ ਨਾਲ ਅਸੀਂ ਅਪਲਾਈ ਕਰ ਸਕਦੇ ਹਾਂ। ਠੀਕ ਹੈ, ਪਹਿਲਾਂ ਕੋਈ ਸੀਟ ਬੁੱਕ ਕਰਾਉਣੀ ਪਊਗੀ ਬੱਚਿਆਂ ਨੂੰ ਜਾਂ ਨਹੀਂ ਸਿੱਧਾ ਹੀ 15 ਜੁਲਾਈ ਨੂੰ ਆ ਕੇ? ਕਿੰਨੇ ਕੁ ਵਜੇ ਕੋਈ ਟਾਈਮ ਵੀ ਤੁਸੀਂ ਰੱਖਿਆ ਹੋਣਾ ਉਹ ਵੀ ਦੱਸ ਦਿਓ। ਦੇਖੋ ਜੀ, ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਜੀ ਸ਼ਾਮ ਦੇ 4 ਵਜੇ ਤੱਕ ਸੈਮੀਨਾਰ ਕਰ ਰਹੇ ਹਾਂ। ਠੀਕ ਹੈ, ਜਿਹੜੇ ਬੱਚੇ ਇੰਟਰਸਟਿਡ ਹੈਗੇ ਨੇ ਉਹ ਆਪਣੇ ਡਾਕੂਮੈਂਟਸ ਨਾਲ ਲੈ ਆਉਣ, ਆਪਣੇ ਜੋ ਵੀ ਐਜੂਕੇਸ਼ਨਲ ਜੋ ਵੀ ਉਹਨਾਂ ਨੇ ਸਟੱਡੀ ਕੀਤਾ, ਗ੍ਰੈਜੂਏਸ਼ਨ ਜਾਂ ਉਹਨਾਂ ਦੀ ਸੀਨੀਅਰ ਸੈਕੰਡਰੀ, ਔਰ ਉਹ ਆਪਣੇ ਸਾਰੇ ਡਾਕੂਮੈਂਟ ਨਾਲ ਲੈ ਆਉਣ।
ਸਾਡੇ ਜਿਹੜੇ ਵੈਲ ਐਜੂਕੇਟਡ ਕਾਉਂਸਲਿੰਗ ਟੀਮ ਹੋਊਗੀ ਉਹ ਉਹਨਾਂ ਨੂੰ ਸਾਰਾ ਉਹਨਾਂ ਦਾ ਕੇਸ ਸਟੱਡੀ ਕਰਨ ਤੋਂ ਬਾਅਦ ਉਹਨਾਂ ਦੀ ਹਰ ਚੀਜ਼ ਚੰਗੀ ਤਰ੍ਹਾਂ ਜਾਂਚਣ ਤੋਂ ਬਾਅਦ ਅਗਰ ਉਹਨਾਂ ਦਾ ਕੇਸ ਦੇ ਵਿੱਚ ਕੁਝ ਹੋ ਸਕਦਾ ਹੋਇਆ ਤਾਂ ਆਪਾਂ ਉਹਨਾਂ ਨੂੰ ਜੋ ਬਣਦਾ ਜੁੜਦਾ ਡਿਸਕਾਊਂਟ ਹੋਊਗਾ ਉਹ ਵੀ ਪ੍ਰੋਵਾਈਡ ਕਰ ਦਾਂਗੇ ਔਰ ਸਾਰਾ ਉਹਨਾਂ ਨੂੰ ਐਜੂਕੇਟ ਕਰਕੇ ਉਹਨਾਂ ਦਾ ਅਗਰ ਉਹ ਇੰਟਰਸਟਿਡ ਹੋਣਗੇ ਤਾਂ ਉਹਨਾਂ ਦਾ ਕੇਸ ਅਸੈਸ ਕਰ ਦੇਵਾਂਗੇ। ਠੀਕ ਹੈ, ਪਰ ਜੀ ਇੱਕ ਅੰਦਾਜ਼ਨ ਆਪਾਂ ਚੱਲੀਏ ਭੁਪਿੰਦਰ ਜੀ ਕਿ ਖਰਚ ਕਿੰਨਾ ਕੁ ਆ ਜਾਂਦਾ, ਮਤਲਬ ਜੇ ਆਪਾਂ ਇਕੱਲਾ ਇੱਕ ਬੱਚੇ ਦਾ ਸਟੱਡੀ ਵੀਜ਼ਾ UK ਦੇ ਲਈ ਆਪਾਂ ਕਰਦੇ ਹਾਂ ਕਿ ਕਿੰਨਾ ਕੁ ਅੰਦਾਜ਼ਨ ਕਿੰਨੇ ਕੁ ਲੱਖ ਰੁਪਇਆ ਖਰਚ ਆਉਂਦਾ? ਸਰ ਉਹਦੇ 'ਚ ਇੱਦਾਂ ਹੁੰਦਾ ਆ ਕਿ ਇਹ ਡਿਪੈਂਡ ਅਪਨ ਦਾ ਯੂਨੀਵਰਸਿਟੀ, ਮਤਲਬ ਯੂਨੀਵਰਸਿਟੀ ਦੀਆਂ ਫੀਸਿਸ ਦੇ ਉੱਤੇ ਡਿਪੈਂਡ ਕਰਦਾ। ਕੁਝ ਯੂਨੀਵਰਸਿਟੀਜ਼ ਸਾਡੇ ਕੋਲ ਇੱਦਾਂ ਦੀਆਂ ਹੈਗੀਆਂ ਜਿਹੜੇ 6 ਮੰਥ ਫੀਸ ਦੇ ਨਾਲ ਵੀ ਬੱਚੇ ਨੂੰ ਐਡਮਿਸ਼ਨ ਦੇ ਦਿੰਦੀਆਂ ਆ ਜੀ। ਠੀਕ ਹੈ ਜੀ, ਅਗਰ ਤਾਂ 6 ਮੰਥ ਫੀਸ ਦੇ ਨਾਲ ਐਡਮਿਸ਼ਨ ਬੱਚੇ ਦੀ ਹੋ ਜਾਂਦੀ ਆ ਜੀ ਤਾਂ ਤੁਸੀਂ ਮੰਨ ਲਓ ਕਿ ਮਤਲਬ ਯੂਨੀਵਰਸਿਟੀ ਫੀਸ ਤੇ ਉਸ ਤੋਂ ਇਲਾਵਾ ਜਿਹੜੇ ਉਹਦੇ ਫੰਡਸ ਵਗੈਰਾ ਸ਼ੋ ਹੋਣੇ ਆ ਜੀ ਉਹ ਪਲੱਸ ਉਹਦੀ ਐਮਬੈਸੀ ਫੀਸ ਹੋ ਗਈ ਤੇ ਟਿਕਟ ਹੋ ਗਈ, ਇੰਨਾ ਕੁ ਹੁੰਦਾ। ਮਤਲਬ ਮੈਂ ਇਸ ਚੀਜ਼ ਨੂੰ ਪੁਆਇੰਟ ਆਊਟ ਨਹੀਂ ਕਰ ਸਕਦਾ ਵੀ ਯੂਨੀਵਰਸਿਟੀ ਦੀ ਫੀਸ ਉਹ ਕਿੰਨੀ ਵੀ ਹੋ ਸਕਦੀ ਆ। ਨੰਬਰ ਆਫ ਯੂਨੀਵਰਸਿਟੀਜ਼ ਹੈਗੀਆਂ UK ਦੇ ਵਿੱਚ ਨਾ, ਉਹ ਉਹਨਾਂ ਦੇ ਜਿਹੜੇ ਰਿਕੁਆਇਰਮੈਂਟਸ ਆ ਉਹ ਚੇਂਜ ਹੁੰਦੀਆਂ ਰਹਿੰਦੀਆਂ ਆ, ਅਪ ਡਾਊਨ ਹੁੰਦੀਆਂ ਰਹਿੰਦੀਆਂ ਆ। ਇਹ ਆਪਾਂ ਬੱਚੇ ਦੀ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਆਪਾਂ ਇਸ ਚੀਜ਼ ਦੇ ਉੱਤੇ ਜਾ ਸਕਦੇ ਹਾਂ ਕਿ ਬੱਚੇ ਦੇ ਐਜ਼ ਪਰ ਐਕੈਡੈਮਿਕ ਐਜੂਕੇਸ਼ਨਲ ਡਾਕੂਮੈਂਟਸ ਉਹਦੀ ਪ੍ਰੋਫਾਈਲ ਦੇ ਅਕੋਰਡਿੰਗ ਉਹਨੂੰ ਆਪਾਂ ਕਿਹੜੀ ਯੂਨੀਵਰਸਿਟੀ 'ਚ ਐਨਰੋਲ ਕਰ ਸਕਦੇ ਹਾਂ ਜੀ। ਨਹੀਂ, ਇਹ ਜੇ ਵੈਸੇ ਖਰਚ ਦੀ ਗੱਲ ਹੈ 10 ਲੱਖ ਤੋਂ ਘੱਟ ਵੀ ਸਰ ਸਕਦਾ ਜਾਂ 10 ਲੱਖ ਤੋਂ ਉੱਪਰ ਵੀ ਵੱਧ ਸਕਦਾ? ਇਹ ਸਰ ਪ੍ਰੋਫਾਈਲ ਟੂ ਪ੍ਰੋਫਾਈਲ ਵੀ ਵੇਰੀ ਕਰਦਾ, ਯੂਨੀਵਰਸਿਟੀਜ਼ ਦੇ ਉੱਤੇ ਵੀ ਡਿਪੈਂਡ ਕਰਦਾ ਕਿ ਉਸ ਟਾਈਮ ਦੇ ਉੱਤੇ ਕਿੰਨਾ ਖਰਚਾ ਬਣਦਾ ਬੱਚੇ ਦਾ। ਜਿੱਦਾਂ ਹੁਣ ਸਰ ਹੁਣੀ ਕਹਿ ਰਹੇ ਕਿ 6 ਮਹੀਨੇ ਦੀ ਫੀਸ ਵੀ ਯੂਨੀਵਰਸਿਟੀ ਐਕਸੈਪਟ ਕਰਦੀ ਆ ਤਾਂ ਉਹਦੇ ਵਿੱਚ ਨੈਚੁਰਲ ਆ ਕਿ ਖਰਚਾ ਬੱਚੇ ਦਾ ਘੱਟ ਆਏਗਾ। ਕਈ ਯੂਨੀਵਰਸਿਟੀਜ਼ ਆ ਜਿਨ੍ਹਾਂ ਵਿੱਚ ਸਾਲ ਦੀ ਫੀਸ ਜਾਂਦੀ ਆ, ਉਸ ਅਕੋਰਡਿੰਗਲੀ ਪ੍ਰੋਫਾਈਲ ਵੈਰੀ ਕਰਦੀ ਆ, ਫਿਰ ਯੂਨੀਵਰਸਿਟੀ ਤੇ ਡਿਪੈਂਡ ਕਰਦਾ, ਉਹ ਸਾਰਾ ਖਰਚਾ ਉਹਦੇ ਅਕੋਰਡਿੰਗਲੀ ਹੀ ਹੁੰਦਾ। ਠੀਕ ਹੈ, ਬਟ ਇਹਦੇ ਵਿੱਚ ਇਹ ਹੁੰਦਾ ਕਿ ਅਸੀਂ ਫੀਸ ਸਾਰੀ ਬੱਚੇ ਦੀ ਬਾਅਦ ਚੋਂ ਲਈਦਾ ਜੋ ਜਿੰਨਾ ਵੀ ਅਮਾਊਂਟ ਹੁੰਦੀ, ਬਟ ਉਹਦੇ ਵਿੱਚ ਐਮਬੈਸੀ ਫੀਸ ਜਿਹੜੀ ਉਹ ਬੱਚਾ ਆਪ ਪੇ ਕਰਦਾ। ਇੱਕ ਐਮਬੈਸੀ ਫੀਸ ਜਿਹੜੀ ਆ ਉਹ ਬੱਚੇ ਵੱਲੋਂ ਪੇ ਕਰਵਾਈ ਜਾਂਦੀ ਆ, ਬਾਕੀ ਦਾ ਜਿਹੜਾ ਖਰਚਾ ਸਾਰਾ ਆਉਂਦਾ ਫਾਈਲ ਵਗੈਰਾ ਦਾ ਜੋ ਵੀ ਆ ਉਹ ਸਾਰਾ ਕੰਪਨੀ ਨਹੀਂ ਲੈਂਦੇ ਪਹਿਲਾਂ। ਜੀ ਜੀ ਜੀ। ਤੇ ਇੱਕ ਹੋਰ ਗੱਲ ਵੀ ਮੇਰੇ ਦਿਮਾਗ 'ਚ ਆ ਰਹੀ ਹੈ ਕਿ ਕਈ ਜਿਹੜੇ ਬੱਚੇ ਚਲੇ ਜਾਂਦੇ ਆ ਬਾਹਰ, ਉਹ ਫਿਰ ਬਾਅਦ 'ਚੋਂ ਕੁਝ ਦੱਸਦੇ ਨੇ ਕਿ ਮੈਂ ਪ੍ਰਾਈਵੇਟ ਕਾਲਜ 'ਚ ਚਲਾ ਗਿਆ, ਮੇਰੀ PR ਇਸ ਕਰਕੇ ਲੇਟ ਹੋ ਗਈ, ਮੇਰਾ ਫਰੈਂਡ ਸਰਕਾਰੀ ਕਾਲਜ 'ਚ ਐਡਮਿਸ਼ਨ ਲੈ ਗਿਆ ਇਸ ਕਰਕੇ ਉਹਦੀ PR ਜਲਦੀ ਹੋ ਗਈ। ਕੀ ਇਹਦਾ ਫਰਕ ਹੈਗਾ? ਜੀ ਜੀ, ਇਹ ਸੀ ਮੈਂ ਇਹੀ ਤੁਹਾਨੂੰ ਸਟਾਰਟਿੰਗ 'ਚ ਇੱਕ ਚੀਜ਼ ਕਲੀਅਰ ਕੀਤੀ ਸੀ ਕਿ ਅਸੀਂ ਬੱਚਿਆਂ ਦਾ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਦੇ ਹਾਂ। ਅਸੀਂ ਕਾਲਜਿਸ ਨੂੰ ਬਹੁਤ ਘੱਟ ਪ੍ਰੈਫਰੈਂਸ ਦੇਈਦੀ, ਅਸੀਂ ਜਿੰਨੇ ਬੱਚੇ ਆ ਉਹਨਾਂ ਨੂੰ ਤਕਰੀਬਨ ਜਿੰਨਾਂ ਨੂੰ ਐਨਰੋਲ ਕਰੀਦਾ ਅਸੀਂ ਯੂਨੀਵਰਸਿਟੀ ਲਈ ਹੀ ਐਨਰੋਲ ਕਰੀਦਾ ਤਾਂ ਕਿ ਬੱਚੇ ਨੂੰ ਕੱਲ ਉੱਧਰ ਜਾ ਕੇ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਬੱਚਾ ਆਪਣਾ ਈਜ਼ੀਲੀ ਅਗਲਾ ਪ੍ਰੋਸੈਸ ਵੀ ਕਰ ਸਕੇ ਤੇ ਆਪਣੀ ਸਟੱਡੀ ਵੀ ਈਜ਼ੀਲੀ ਕਰ ਸਕੇ। ਤੇ ਐਮਬੈਸੀ ਇੰਟਰਵਿਊ ਦੇ ਲਈ ਕੋਈ ਤਿਆਰੀ ਵਗੈਰਾ, ਜਿੱਦਾਂ ਬਹੁਤ ਸਾਰੇ ਹੁੰਦੇ ਨੇ ਕਿ ਬੱਚੇ ਉਹਨਾਂ ਤੋਂ ਇੰਟਰਵਿਊ ਦੇ ਲਈ ਉਹ ਘਬਰਾ ਜਾਂਦੇ ਨੇ ਕਿ ਜਦੋਂ ਇੰਟਰਵਿਊ ਹੋਣੀ ਆ, ਜਾਂ ਆਮ ਤੌਰ ਤੇ ਜੇ ਆਪਾਂ ਦੇਖ ਲਈਏ ਕਿ ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਸ਼ਾਈ ਟਾਈਪ ਦੇ ਨੇ ਤੇ ਇੰਟਰਵਿਊ ਤਾਂ ਉਹਨਾਂ ਦੇ ਲਈ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਉਹ ਸਾਹਮਣੇ ਜੇਕਰ ਕਿਸੇ ਦੇ ਨਾਲ ਬੈਠ ਕੇ ਗੱਲਬਾਤ ਵੀ, ਈਵਨ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਬੱਚੇ ਆਉਂਦੇ ਹੋਣਗੇ ਕਿ ਉਹ ਕੌਨਫੀਡੈਂਸ ਲੈਵਲ ਨਹੀਂ ਹੁੰਦਾ ਬੱਚਿਆਂ ਦਾ, ਉਹਨਾਂ ਦੇ ਲਈ ਕੋਈ ਖਾਸ ਤਿਆਰੀ ਕਰਾਉਣ ਦੀ ਜ਼ਰੂਰਤ ਹੈ ਜਾਂ ਤੁਸੀਂ ਕਰਾਉਂਦੇ ਹੋ? ਬਿਲਕੁਲ ਜੀ, ਜਦੋਂ ਸਾਡੇ ਕੋਲੇ ਕੇਸ ਇਨਰੋਲ ਹੋ ਜਾਂਦਾ ਡੇ 1 ਤੋਂ ਆਪਣੀ ਜਿਹੜੀ ਇੰਟਰਵਿਊ ਟੀਮ ਦੇ ਵਿੱਚ ਸਾਡੇ ਕੋਲੇ ਤਕਰੀਬਨ 20+ ਮੈਂਬਰ ਜਿਹੜੇ ਟੀਮਮੇਟਸ ਹੈਗੇ ਆ 20+, ਉਹਨਾਂ ਦਾ ਸਪੈਸ਼ਲ ਇਹੀ ਕੰਮ ਹੈ ਕਿ ਉਹਨਾਂ ਨੇ ਬੱਚੇ ਨੂੰ 0 ਲੈਵਲ ਤੋਂ +10 ਦੇ ਵਿੱਚ ਲੈ ਕੇ ਜਾਣਾ ਔਰ ਡੇ 1 ਤੋਂ ਮਤਲਬ ਜਿਹੜੀ ਐਮਬੈਸੀ ਇੰਟਰਵਿਊ ਹੈਗੀ ਆ ਉਹ ਮਤਲਬ ਉਹ ਮੈਟਰ ਨਹੀਂ ਕਰਦਾ ਕਿ ਬੱਚੇ ਨੇ ਆਇਲਸ ਕੀਤੀ ਆ ਜਾਂ ਉਹ ਵਿਦਆਊਟ ਆਇਲਸ ਜਾ ਰਿਹਾ ਆ, ਇਹਦੀ ਇੰਟਰਵਿਊ ਐਮਬੈਸੀ ਦੀ ਆਏਗੀ ਜਾਂ ਉਹ ਵਿਦ ਆਇਲਸ ਮਤਲਬ ਜਾ ਰਿਹਾ ਆ ਤਾਂ ਇਹਦੀ ਇੰਟਰਵਿਊ ਨਹੀਂ ਆਏਗੀ। ਜਿਹੜੀ ਐਮਬੈਸੀ ਇੰਟਰਵਿਊ ਆ ਉਹ ਰੈਂਡਮਲੀ ਪਿਕ ਹੋ ਸਕਦੀ ਆ, ਕਿਸੇ ਦੀ ਵੀ ਫਾਈਲ ਪਿਕ ਹੋ ਸਕਦੀ ਆ, ਇਸ ਕਰਕੇ ਅਸੀਂ ਸੇਫ ਸਾਈਡ ਲੈ ਕੇ ਚੱਲਦੇ ਹਾਂ। ਅਸੀਂ ਡੇ 1 ਤੋਂ ਹੀ ਬੱਚੇ ਨੂੰ ਐਮਬੈਸੀ ਇੰਟਰਵਿਊ ਦੀ ਤਿਆਰੀ ਕਰਾਉਂਦੇ ਹਾਂ ਔਰ ਸਾਨੂੰ ਆਪਣੇ ਆਪ ਤੇ ਇੰਨਾ ਹੁੰਦਾ ਆ ਕਿ ਜੇ ਇਨ ਕੇਸ 100 ਚੋਂ ਵੈਸੇ ਤਾਂ 97 ਸਾਡੇ ਮਤਲਬ ਐਮਬੈਸੀ ਇੰਟਰਵਿਊ ਨਹੀਂ ਆਈ ਜੀ, ਬਟ ਅਗਰ ਕਈ ਬਹੁਤ ਸਾਰੇ ਕੇਸਾਂ 'ਚ ਨਹੀਂ ਆਉਂਦੀ, 100 ਚੋਂ 97 ਸਾਡੇ ਕੇਸਿਸ ਇਦਾਂ ਦੇ ਆ ਜਿਹ 'ਚ ਨਹੀਂ ਆਈ। ਅਗਰ ਆ ਜਾਂਦੀ ਆ ਇਨ ਕੇਸ ਤਾਂ ਆਪਾਂ ਬੱਚੇ ਨੂੰ ਇੰਨਾ ਕੁ ਪ੍ਰਿਪੇਅਰ ਕਰਕੇ ਰੱਖੀਦਾ ਆ ਕਿ ਉਹ ਉਸ ਚੀਜ਼ ਦਾ ਸਾਹਮਣਾ ਕਰ ਸਕੇ, ਉਸ ਚੀਜ਼ ਲਈ ਆਨਸਰੇਬਲ ਹੋ ਸਕੇ। ਠੀਕ ਹੈ ਜੀ। ਔਰ ਜਿਹੜੀ ਹੈਗੀ ਯੂਨੀਵਰਸਿਟੀ ਇੰਟਰਵਿਊ ਉਹ ਤਾਂ ਹੁੰਦੀ ਆ, ਉਹਦੇ ਲਈ ਆਪਾਂ ਬੱਚੇ ਨੂੰ 0 ਲੈਵਲ ਤੋਂ +10 ਦੇ ਵਿੱਚ ਲੈ ਕੇ ਜਾਈਦਾ। ਉਹ ਸਾਡੀ ਰਿਸਪੌਂਸਿਬਿਲਿਟੀ ਹੁੰਦੀ ਆ ਕਿ ਬੱਚਾ ਇੰਟਰਵਿਊ ਕਲੀਅਰ ਕਰ ਜਾਵੇ, ਉਸ ਤੋਂ ਬਾਅਦ ਹੀ ਜਿਹੜਾ ਕੈਸ ਦਾ ਪ੍ਰੋਸੈਸ ਵਗੈਰਾ ਹੈਗਾ ਆ ਉਹ ਆਪਾਂ ਕਰੀਦਾ ਆ। ਜਿਹੜੀ ਐਮਬੈਸੀ ਦੀ ਇੰਟਰਵਿਊ ਵੀ ਆ ਉਹ ਵੀ ਇੰਟਰਵਿਊ ਦੇ ਵਿੱਚ ਨੋਰਮਲ ਕੁਐਸਚਨਸ ਹੀ ਹੁੰਦੇ ਬੱਚੇ ਦੀ ਸਟੱਡੀ ਦੇ ਰਿਲੇਟਡ ਹੀ, ਕਿ ਬੱਚਾ ਉੱਥੇ ਕਿਉਂ ਜਾ ਰਿਹਾ, ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾ ਰਿਹਾ,
ਜਾਂ ਕਿਹੜੇ ਕੋਰਸ ਲਈ ਜਾ ਰਿਹਾ, ਉਹਦੀ ਅਸੀਂ ਉਹਨਾਂ ਨੂੰ ਪੂਰੀ ਤਿਆਰੀ ਕਰਵਾਈ ਦੀ ਆ। ਜਿਹੜੀ ਸਾਡੀ ਬਾਕੀ ਦੀ ਟੀਮ ਵੀ ਆ, ਉਹਨਾਂ ਦੀ ਵੀ ਇਨਵੋਲਵਮੈਂਟ ਜਦੋਂ ਬੱਚੇ ਨਾਲ ਹੁੰਦੀ ਹੈ ਤਾਂ ਉਹ ਬੱਚੇ ਨਾਲ ਸ਼ੁਰੂ ਤੋਂ ਹੀ ਟਰਾਈ ਕਰਦੇ ਕਿ ਅਸੀਂ ਇੰਗਲਿਸ਼ 'ਚ ਹੀ ਉਹਨਾਂ ਨਾਲ ਗੱਲ ਕਰੀਏ, ਤਾਂ ਕਿ ਬੱਚੇ ਦੀ ਜਿਹੜੀ ਹੈਜ਼ੀਟੇਸ਼ਨ ਹੈ ਉਹ ਦੂਰ ਹੋ ਜਾਏ। ਤੇ ਕੱਲ੍ਹ ਨੂੰ ਅਗਰ ਇਨ ਕੇਸ 0.1% ਰੱਖ ਲਓਗੇ ਅਗਰ ਚਾਂਸ ਹੈ ਕਿ ਅਗਰ ਇੰਟਰਵਿਊ ਆ ਜਾਂਦੀ ਹੈ ਬੱਚੇ ਦੀ ਐਮਬੈਸੀ ਦੀ, ਤਾਂ ਬੱਚਾ ਉਹ ਵੀ ਈਜ਼ੀਲੀ ਕਲੀਅਰ ਕਰ ਸਕੇ। ਠੀਕ ਹੈ। ਜੇ ਇਨ ਦਾ ਕੇਸ ਜੇ ਕਿਸੇ ਬੱਚੇ ਦਾ ਰਿਫਿਊਜ਼ ਹੋ ਜਾਂਦਾ ਤੇ ਮੰਨ ਲਓ ਫਿਰ ਉਸ ਬੱਚੇ ਦਾ ਤੁਸੀਂ ਹੈਲਪ ਦੁਬਾਰਾ ਕਿੱਦਾਂ ਕਰਦੇ ਹੋ? ਸਰ ਰਿਫਿਊਜ਼ਲ ਸਾਡੇ ਕੋਲ ਕਈ ਕੇਸਿਸ ਇੱਦਾਂ ਦੇ ਆਏ ਜਿਨ੍ਹਾਂ ਦੀ ਰਿਫਿਊਜ਼ਲ ਸੀ, ਅਸੀਂ ਉਹਨਾਂ ਨੂੰ ਵੀਜ਼ਾਜ਼ ਲੈ ਕੇ ਦਿੱਤੇ ਆ। ਸਾਡੇ ਕੋਲ ਉਹਨਾਂ ਦਾ ਰਿਕਾਰਡ ਹੈਗਾ, ਵੀਜ਼ਾਜ਼ ਪਏ ਸਾਡੇ ਕੋਲ, ਅਸੀਂ ਕਿਸੇ ਨੂੰ ਵੀ ਚੈੱਕ ਕਰਵਾ ਸਕਦੇ ਹਾਂ ਜੀ। ਸੈਕਿੰਡ ਥਿੰਗ ਇਹ ਆ ਕਿ ਜਦੋਂ ਅਗਰ ਕਿਸੇ ਦਾ ਆ ਜਾਏ ਇੱਦਾਂ ਰਿਫਿਊਜ਼ਲ, ਤਾਂ ਅਸੀਂ ਉਹਨਾਂ ਦਾ ਰਿਵਿਊ ਪਾ ਲਈਦਾ। ਸਾਡੇ ਕੋਲ ਇੱਕ ਰਿਵਿਊ ਪਾਲਿਸੀ ਵੀ ਹੈਗੀ ਆ ਜੀ। ਇਨ ਕੇਸ ਕਿਸੇ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਆਪਣੇ ਕੋਲੇ ਇੱਕ ਸੈਕਿੰਡ ਆਪਸ਼ਨ ਹੁੰਦੀ ਆ ਰਿਵਿਊ ਦੀ। ਉਹ ਆਪਾਂ 28 ਡੇਜ਼ ਦੇ ਅੰਦਰ ਆਪਾਂ ਰਿਵਿਊ ਪਾ ਕੇ ਆਪਾਂ ਉਹਦਾ ਦੁਬਾਰਾ ਪੋਜ਼ਿਟਿਵ ਰਿਜ਼ਲਟ ਲੈ ਸਕਦੇ ਹਾਂ। ਉਹਦੇ 'ਚ ਸਾਨੂੰ ਦੇਖਣਾ ਪੈਂਦਾ ਆ ਕਿ ਕਿਹੜੀ ਚੀਜ਼ ਦੀ ਕਮੀ ਕਰਕੇ ਇਹ ਰਿਫਿਊਜ਼ਲ ਆਈ ਹੈ, ਤਾਂ ਆਪਣੇ ਕੋਲੇ ਉਹ ਸੈਕਿੰਡ ਆਪਸ਼ਨ ਹੈਗੀ ਆ। ਆਪਾਂ ਉਸ ਚੀਜ਼ ਨੂੰ ਅੱਗੇ ਤੋਂ ਮਤਲਬ ਇੰਪਰੂਵ ਕਰਕੇ ਤਾਂ ਆਪਾਂ ਰਿਵਿਊ ਦੇ ਵਿੱਚ ਉਹਦਾ ਵੀਜ਼ਾ ਦੁਬਾਰਾ ਲੈ ਸਕਦੇ ਹਾਂ। ਵੈਸੇ ਰਿਵਿਊ ਦੇ ਲਈ ਕੋਈ ਐਕਸਟਰਾ ਫਿਰ ਚਾਰजेस ਕਰਨੇ ਪੈਂਦੇ ਆ? ਰਿਫਿਊਜ਼ਲ ਦਾ ਵੀ ਜਿਹੜਾ ਰਿਫਿਊਜ਼ਲ ਦਾ ਵੀ ਉਹਦਾ ਕੋਈ ਚਾਂਸ ਨਹੀਂ ਹੁੰਦਾ। ਰਿਫਿਊਜ਼ਲ ਸਮਟਾਈਮਸ ਹੁੰਦੀ ਹੈ ਅਗਰ ਸਾਡੇ ਵੱਲੋਂ ਜਾਂ ਸਟੂਡੈਂਟ ਵੱਲੋਂ ਕੋਈ ਫਰਾਡ ਡਾਕੂਮੈਂਟ ਨਾ ਹੋਵੇ, ਸਾਰੇ ਜੈਨੂਇਨ ਡਾਕੂਮੈਂਟਸ ਹੋਣ, ਸਾਰਾ ਕੁਝ ਹੋਵੇ, ਫੰਡਸ ਵਗੈਰਾ ਅਸੀਂ ਸਾਰਾ ਕੁਝ। ਕਈ ਵਾਰ ਬੱਚੇ ਵੀ ਉਹ ਕਰ ਲੈਂਦੇ ਆ ਕਿ ਚਾਹ ਇੰਨਾ ਹੁੰਦਾ ਕਿ ਨਹੀਂ, ਉਹ ਵੀ ਥੋੜਾ ਜਿਹਾ ਕੋਸ਼ਿਸ਼ ਕਈ ਕਰਦੇ ਆ ਕਿ ਕੋਈ ਡਾਕੂਮੈਂਟ ਨਹੀਂ ਹੈਗਾ, ਚਲੋ ਆਪਾਂ 2 ਨੰਬਰ ਕਈ ਵਾਰੀ ਇਦਾਂ ਹੁੰਦਾ ਸਰ ਕਿ ਗੈਪ ਨੂੰ ਕਵਰ ਕਰਨ ਲਈ ਬੱਚਾ ਕਈ ਵਾਰੀ ਫਰਾਡ ਡਾਕੂਮੈਂਟ ਲੈ ਆਂਦਾ। ਉਹ ਚੀਜ਼ਾਂ ਨਾ ਹੋਣ ਤਾਂ ਰਿਫਿਊਜ਼ਲ ਦਾ ਕਦੀ ਚਾਂਸ ਹੀ ਨਹੀਂ ਬਣਦਾ। ਦੇਖੋ ਜੀ, ਜਿਹੜਾ ਫਰਾਡ ਡਾਕੂਮੈਂਟ ਆ ਉਹਦੇ ਅਸੀਂ 101% ਅਸੀਂ ਉਹਦੇ ਖਿਲਾਫ ਹੈਗੇ ਹਾਂ। ਅਸੀਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਫਰਾਡ ਹੈ ਇਹ, ਕੁਝ ਕਾਗਜ਼ ਚੈੱਕ ਕਰਦੇ? ਬਿਲਕੁਲ ਜੀ, ਬਿਲਕੁਲ। ਅਸੀਂ ਜਦੋਂ ਕੇਸ ਇਨਰੋਲ ਹੁੰਦਾ, ਸਾਡਾ ਪਹਿਲਾ ਕੰਮ ਹੀ ਇਹ ਹੁੰਦਾ ਹੈ ਕਿ ਹਰ ਚੀਜ਼ ਨੂੰ, ਈਵਨ ਅਸੀਂ ਪਾਸਪੋਰਟ ਨੂੰ ਵੀ ਚੰਗੀ ਤਰ੍ਹਾਂ ਚੈੱਕ ਕਰਦੇ ਹਾਂ, ਇਮੀਗ੍ਰੇਸ਼ਨ ਹਿਸਟਰੀ ਚੈੱਕ ਕਰਦੇ ਹਾਂ ਅਸੀਂ, ਔਰ ਨੰਬਰ ਆਫ ਪਾਸਪੋਰਟ ਕਿੰਨੇ ਆ ਕਲਾਇੰਟ ਦੇ ਕੋਲ ਜਾਂ ਸਟੂਡੈਂਟ ਦੇ ਕੋਲ, ਉਹਨੇ ਪਹਿਲਾਂ ਕਿੱਥੇ ਲਈ ਅਪਲਾਈ ਕੀਤਾ, ਕਿੱਥੇ ਲਈ ਉਹ ਰਿਫਿਊਜ਼ ਹੋਇਆ, ਕਿੱਥੇ ਉਹਨੇ ਟਰੈਵਲ ਕੀਤਾ, ਇਹ ਸਾਰੀਆਂ ਚੀਜ਼ਾਂ ਅਸੀਂ ਪੁਆਇੰਟ ਆਊਟ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਉਹਦੇ ਜਿਹੜੇ ਐਜੂਕੇਸ਼ਨਲ ਡਾਕੂਮੈਂਟਸ ਆ, ਉਹਦੀਆਂ ਡਿਗਰੀਜ਼ ਆ, ਉਹ ਅਸੀਂ ਕੱਲੀ ਚੀਜ਼ ਚੈੱਕ ਕਰਦੇ ਹਾਂ ਕਿ ਉਹਦੇ 'ਚ ਕੋਈ ਡਾਕੂਮੈਂਟ ਇੱਦਾਂ ਦਾ ਤਾਂ ਨਹੀਂ ਲੱਗਾ ਹੋਇਆ ਜਿਹੜਾ ਉਹਨਾਂ ਨੇ ਕਿਤੇੋਂ ਬਣਵਾਇਆ ਹੋਵੇ ਜਾਂ ਉਹ ਰਜਿਸਟਰਡ ਨਾ ਹੋਵੇ ਜਾਂ ਵੈਰੀਫਾਈਡ ਨਾ ਹੋਵੇ। ਅਸੀਂ ਉਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਹੀ ਕੇਸ ਨੂੰ ਆਪਾਂ ਇੰਪਲੀਮੈਂਟ ਕਰਦੇ ਹਾਂ। ਠੀਕ ਹੈ ਜੀ। ਇੱਕ ਤੁਸੀਂ ਹੋਰ ਚੀਜ਼ ਪੁੱਛੀ ਸੀਗੀ ਜੀ, ਵੀ ਜਿਹੜਾ ਮਤਲਬ ਰਿਵਿਊ ਦਾ ਕੁਝ ਪੁੱਛਿਆ ਸੀਗਾ ਕਿ ਰਿਵਿਊ ਦੇ ਜਦੋਂ ਆਪਾਂ ਕਰਵਾਉਂਦੇ ਆ ਤੇ ਉਹਦੇ ਲਈ ਐਕਸਟਰਾ ਚਾਰਜ ਦੇਣੇ ਪੈਂਦੇ ਆ ਬੱਚੇ ਨੂੰ? ਉਹਦੇ ਲਈ ਤੁਹਾਨੂੰ ਮੈਂ ਦੱਸ ਦਿੰਦਾ ਜੀ, ਅਸੀਂ ਉਹਦੇ ਲਈ ਕੋਈ ਐਕਸਟਰਾ ਚਾਰਜ ਨਹੀਂ ਲੈਂਦੇ, ਕਿਉਂਕਿ ਆਪਾਂ ਕੇਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡਾ ਮਕਸਦ ਹੁੰਦਾ ਕਿ ਬੱਚੇ ਨੂੰ ਵੀਜ਼ਾ ਲੈ ਕੇ ਦੇਣਾ। ਇਨ ਬਿਟਵੀਨ ਅਗਰ ਕੋਈ ਇਦਾਂ ਦੀ ਪ੍ਰੋਬਲਮ ਆ ਜਾਂਦੀ ਆ ਰਿਫਿਊਜ਼ਲ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਜਾਂ ਐਮਬੈਸੀ ਇੰਟਰਵਿਊ ਦੀ, ਤਾਂ ਉਹ ਸਾਡਾ ਮਤਲਬ ਸਾਡੇ ਐਂਡ ਤੋਂ ਇਹ ਹੁੰਦਾ ਆ ਕਿ ਉਹ ਅਸੀਂ ਉਹਨੂੰ ਇਟਸ ਅ ਪਾਰਟ ਆਫ ਆਵਰ ਕੰਪਲੀਟ ਪੈਕੇਜ। ਯੈਸ, ਅਸੀਂ ਉਹਨੂੰ ਸਮਝੀਦਾ ਆ ਕਿ ਇਹ ਚੀਜ਼ ਵੀ ਸਾਡਾ ਹੀ ਹਿੱਸਾ ਆ, ਅਸੀਂ ਇਹਨੂੰ ਕਰਨਾ ਆ, ਔਰ ਅਸੀਂ ਮਤਲਬ ਐਂਡ ਤੱਕ ਕੋਸ਼ਿਸ਼ ਕਰੀਦੀ ਆ ਕਿ ਆਫਟਰ ਰਿਫਿਊਜ਼ਲ ਵੀ ਅਸੀਂ ਰਿਵਿਊ ਪਾ ਕੇ ਵੀ ਬੱਚੇ ਦਾ ਵੀਜ਼ਾ ਉਹ ਲੈ ਦਈਏ। ਔਰ ਵੈਸੇ ਤਾਂ ਤੁਹਾਨੂੰ ਦੱਸਿਆ 100 ਚੋਂ 97% ਇੱਦਾਂ ਦੇ ਆ, ਮਤਲਬ ਸਾਨੂੰ ਇਹ ਚੀਜ਼ ਦੀ ਜ਼ਰੂਰਤ ਹੀ ਨਹੀਂ ਹੋਈ। ਇਸ ਟਾਈਮ 100% ਹੀ ਜਿਹੜਾ ਆ ਯੂਕੇ ਦਾ ਸਕਸੈਸ ਰੇਟ ਚੱਲ ਰਿਹਾ ਜੀ। ਉਹ ਯੂਕੇ ਦਾ ਕੋਈ ਵੈਦਰ ਦੇ ਨਾਲ ਕੋਈ ਇਫੈਕਟ ਤਾਂ ਨਹੀਂ ਹੁੰਦਾ, ਕਿਉਂਕਿ ਠੰਡ ਬਹੁਤ ਜ਼ਿਆਦਾ ਪੈਂਦੀ ਆ, ਆਪਣੇ 6 ਮਹੀਨੇ ਠੰਡ ਹੈ ਤੇ 6 ਮਹੀਨੇ ਗਰਮੀ ਵੀ ਆ, ਤੇ ਯੂਕੇ ਦੇ ਵੈਦਰ ਦੇ ਹਿਸਾਬ ਦੇ ਨਾਲ ਬੱਚਾ ਫਿਜ਼ੀਕਲੀ ਕਿੱਦਾਂ ਐਕਸੈਪਟ ਕਰਦਾ ਉਸ ਚੀਜ਼ ਨੂੰ? ਬੱਚੇ ਦੇਖੋ ਜੀ, ਬੱਚੇ ਤਾਂ ਬੱਚਿਆਂ ਦੀ ਡੈਸਟੀਨੇਸ਼ਨ ਆ ਯੂਕੇ, ਬੱਚੇ ਜਾਣਾ ਚਾਹੁੰਦੇ, ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਆ, ਮਤਲਬ ਆਪਣੇ ਆਪ ਦੇ ਵਿੱਚ ਹੀ ਉਹ ਇੰਨਾ ਜ਼ਿਆਦਾ। ਹੁਣ ਸਾਡੇ ਕੋਲੇ ਜਿੰਨੇ ਕੇਸ ਆਉਂਦੇ ਆ, ਸਾਰੇ ਬੱਚਿਆਂ ਨੂੰ ਇਹ ਚੀਜ਼ ਦੀ ਤਾਂਘ ਰਹਿੰਦੀ ਆ ਵੀ ਸਾਡਾ ਰਿਜ਼ਲਟ, ਸਾਡਾ ਵੀਜ਼ਾ ਜਿਹੜਾ ਅੰਬੈਸੀ ਫਾਈਲ ਹੋਈ ਆ, ਸਾਡਾ ਵੀਜ਼ਾ ਕਦੋਂ ਆ ਰਿਹਾ ਵਾ, ਉਹ ਸਾਨੂੰ ਪੁੱਛਦੇ ਰਹਿੰਦੇ ਆ ਸਰ। ਅਸੀਂ ਮਤਲਬ ਤਿਆਰੀ ਕਰ ਲਈਏ। ਈਵਨ ਅੱਜ ਕੱਲ੍ਹ ਸਰ ਪੰਜਾਬ ਦੇ ਵਿੱਚ ਜੋ ਮਾਹੌਲ ਆ, ਬੱਚੇ ਬਾਹਰ ਜਾ ਕੇ ਰਹਿਣਾ ਜ਼ਿਆਦਾ ਖੁਸ਼ ਆ। ਔਰ ਮਤਲਬ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਮਾਈਨਸ ਦੇ ਵਿੱਚ ਟੈਂਪਰੇਚਰ ਦੇ ਵਿੱਚ ਵੀ ਉੱਥੇ ਬੱਚੇ ਆਪਣੇ ਆਪ ਨੂੰ ਐਡਜਸਟ ਕਰ ਰਹੇ, ਮੈਨੇਜ ਕਰ ਰਹੇ ਆ। ਤੇ ਉੱਥੇ ਦਾ ਵੈਦਰ ਮੈਂ ਕਹਿੰਦਾ ਮੇਰੇ ਖਿਆਲ ਨਾਲ ਤਾਂ ਉੱਥੇ ਦਾ ਵੈਦਰ ਸੂਟੇਬਲ ਆ, ਵਧੀਆ ਆ। ਵੈਸੇ ਵੀ ਜਿਹਦਾ ਬੱਚੇ ਦਾ ਵੀਜ਼ਾ ਹੀ ਲੱਗ ਗਿਆ ਉਹਨੂੰ ਸ਼ਾਇਦ ਠੰਡ ਫਿਰ ਕਿੱਥੇ ਲੱਗਦੀ ਹੋਣੀ ਆ, ਵੈਸੇ ਖੁਦ ਚਾਹ ਇੰਨਾ ਹੁੰਦਾ, ਬੱਚੇ ਐਡਜਸਟਮੈਂਟ ਕਰ ਲੈਂਦੇ। ਬਟ ਇਹ ਆ ਕਿ ਜੇ ਕੋਈ ਕੈਨੇਡਾ ਲਈ ਵੀ ਆਪਣਾ ਕਰਨਾ ਚਾਹੁੰਦਾ ਤਾਂ ਉਹ ਵੀ ਸਾਡੇ ਕੋਲ ਅਸੀਂ ਉਹਦਾ ਵੀ ਪ੍ਰੋਪਰ ਪ੍ਰੋਫਾਈਲ ਦੇ ਨਾਲ ਵੈਰੀਫਾਈ ਕਰਕੇ ਉਹਨੂੰ ਕਰਵਾਈਦਾ। ਕਿ ਇਹ ਨਹੀਂ ਹੈਗਾ ਜੇ ਕੋਈ ਕੈਨੇਡਾ ਲਈ ਆਇਆ ਤਾਂ ਅਸੀਂ ਉਹਨੂੰ ਯੂਕੇ ਲਈ ਕਰ ਰਹੇ ਹਾਂ, ਬਟ ਜਿਹਦੇ ਲਈ ਬੱਚੇ ਦਾ ਪ੍ਰੋਫਾਈਲ ਸੂਟੇਬਲ ਅਸੀਂ ਕੋਈ ਨਹੀਂ ਹੈ ਵੀ ਨਹੀਂ ਜੀ ਸਾਡੀ ਕਾਉਂਸਲਿੰਗ ਟੀਮ ਆ,
ਜਿੱਥੇ ਬੱਚਾ ਜਾਣਾ ਚਾਹੁੰਦਾ। ਸਾਡੀ ਕਾਉਂਸਲਿੰਗ ਟੀਮ ਆ, ਬੱਚਾ ਐਨੀ ਟਾਈਮ ਆ ਕੇ ਸਾਡੇ ਕੋਲ ਆਪਣੀ ਅਸੈਸਮੈਂਟ ਕਰਵਾ ਸਕਦਾ, ਚਾਹੇ ਉਹ ਕਿਸੇ ਕੰਟਰੀ ਲਈ ਹੋਵੇ, ਤਾਂ ਅਸੀਂ ਉਹਦਾ ਸਟੱਡੀ ਵੀਜ਼ੇ ਲਈ ਅਸੀਂ ਇਹਦੀ ਕਾਉਂਸਲਿੰਗ ਪ੍ਰੋਪਰ ਕਰਕੇ ਉਹਨੂੰ ਅੱਗੇ ਗਾਈਡ ਕਰਾਂਗੇ। ਇੱਕ ਤਰ੍ਹਾਂ ਨਾਲ ਅਸੀਂ ਕਰੀਅਰ ਕਾਉਂਸਲਿੰਗ ਕਰੀ ਦੀ ਕਿ ਬੱਚੇ ਦਾ ਕੱਲ੍ਹ ਨੂੰ ਕਰੀਅਰ ਬਣੇ ਉਸ ਚੀਜ਼ ਦੇ ਵਿੱਚ ਜਾ ਕੇ, ਤਾਂ ਬੱਚਾ ਅੱਗੇ ਫਿਊਚਰ 'ਚ ਗਰੋ ਕਰ ਸਕੇ। ਜਿਵੇਂ ਤੁਹਾਨੂੰ ਸਰ ਉਹਨਾਂ ਨੇ ਦੱਸਿਆ ਹੀ ਸੀਗਾ ਪਹਿਲਾਂ ਵੀ ਆਪਾਂ ਕੈਨੇਡਾ, UK, ਨਿਊਜ਼ੀਲੈਂਡ, ਆਸਟ੍ਰੇਲੀਆ ਇਹ ਕੰਟਰੀਜ਼ ਦੇ ਵਾਸਤੇ ਆਪਾਂ ਕਰਦੇ ਹਾਂ ਫਾਈਲਿੰਗ, ਠੀਕ ਹੈ ਜੀ। ਇਹਨਾਂ 'ਚੋਂ ਕੋਈ ਵੀ ਕਿਸੇ ਵੀ ਕੰਟਰੀ 'ਚ ਇੰਟਰਸਟਡ ਆ, ਆਪਾਂ ਇਹ ਨਹੀਂ ਕਹਿੰਦੇ ਕਿ UK ਹੀ ਜਾਓ। ਮਤਲਬ ਅੱਜ ਕੱਲ੍ਹ ਜੋ ਮਤਲਬ ਬੱਚਿਆਂ ਦਾ ਰੁਝਾਨ ਬਣਿਆ ਹੋਇਆ, ਇੰਟਰਸਟ ਬਣਿਆ ਹੋਇਆ, ਉਹ UK ਵੱਲ ਜ਼ਿਆਦਾ ਆ। ਠੀਕ ਹੈ। ਜਿਹੜੇ ਬੱਚੇ ਪਹਿਲਾਂ ਗਏ ਹੋਏ ਆ UK ਜਾਂ ਕੈਨੇਡਾ ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ, ਉਹਨਾਂ ਦੇ ਪੇਰੈਂਟਸ ਵੀ ਅਗਰ ਅਪਲਾਈ ਕਰਨਾ ਚਾਹੁੰਦੇ ਆ ਤਾਂ ਉਹਨਾਂ ਦਾ ਵੀ ਅਸੀਂ ਮਲਟੀਪਲ ਵੀਜ਼ਾ, ਟੂਰਿਸਟ ਵੀਜ਼ਾ ਅਸੀਂ ਅਪਲਾਈ ਕਰਵਾ ਕੇ ਦੇਈਦਾ। ਅਸੀਂ ਉਹਦੇ ਵਿੱਚ ਵੀ ਕੰਮ ਕਰੀਦਾ ਆ। ਜਦੋਂ ਸਟੱਡੀ ਚੱਲ ਰਹੀ ਹੈ ਬੱਚੇ ਦੀ, ਉਹ ਇਨ ਬਿਟਵੀਨ ਉਸ ਟਾਈਮ ਵੀ ਪੇਰੈਂਟਸ ਜਾ ਸਕਦੇ ਜੀ। ਇਹ ਜ਼ਰੂਰੀ ਨਹੀਂ ਕਿ PR ਪਹਿਲਾਂ ਹੋਣ ਤੇ ਫਿਰ ਬਾਅਦ ਦੇ ਵਿੱਚ। ਜੀ ਨਹੀਂ, ਠੀਕ ਹੈ। ਅਗਰ ਬੱਚੇ ਦੇ ਪੇਰੈਂਟਸ ਉਹਨੂੰ ਮਿਲਣ ਜਾਣਾ ਚਾਹਣ ਤਾਂ ਅਸੀਂ ਉਹਨਾਂ ਦਾ ਵੀ ਟੂਰਿਸਟ ਵੀਜ਼ਾ ਅਪਲਾਈ ਕਰਵਾਈਦਾ ਤੇ ਉਹਨਾਂ ਦੀ ਵੀ ਫਾਈਲ ਰੈਡੀ ਕਰ ਲਈਦੀ ਹੈ ਜੀ। ਸੋ ਅਸੀਂ ਗੱਲਬਾਤ ਤੁਹਾਡੀ ਕਰਵਾਈ ਹੈ। ਅੰਮ੍ਰਿਤਪਾਲ ਸਿੰਘ ਹੋਣੀ ਨੇ ਬਤੌਰ PRO ਮੈਨੇਜਰ ਸੇਵਾਵਾਂ ਦੇ ਰਹੇ ਨੇ, ਤੇ ਨਾਲ ਭੁਪਿੰਦਰ ਸਿੰਘ ਹੋਰੀ ਨੇ ਡਿਪਟੀ PRO ਮੈਨੇਜਰ ਸੇਵਾਵਾਂ ਦੇ ਰਹੇ ਨੇ। ਤੇ 15 ਜੁਲਾਈ ਵਾਲਾ ਜਿਹੜਾ ਇਹਨਾਂ ਦਾ ਸੈਮੀਨਾਰ ਆ, ਜਿਹੜੇ ਬੱਚੇ ਜਾਣਾ ਚਾਹੁੰਦੇ ਨੇ, ਹੇਠਾਂ ਇਹਨਾਂ ਦੇ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ। ਇਹਨਾਂ ਦੇ ਨਾਲ ਕਿਸੇ ਵੀ ਸਮੇਂ ਤੁਸੀਂ ਦਿਨ ਵੇਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਕਹਿ ਲਈਏ ਤਾਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ। ਵੈਸੇ ਤੁਸੀਂ ਸਿੱਧਾ ਵੀ ਜੇਕਰ ਜਾਣਾ ਚਾਹੁੰਦੇ ਹੋ ਤਾਂ 15 ਜੁਲਾਈ ਨੂੰ ਸਿੱਧਾ ਇਹਨਾਂ ਦੇ ਦਫ਼ਤਰ ਸੁਲਤਾਨਪੁਰ ਲੋਧੀ ਪਹੁੰਚ ਸਕਦੇ ਹੋ। ਸਵੇਰ ਤੋਂ ਸ਼ਾਮ ਤੱਕ ਹਰ ਇੱਕ ਕੁਐਰੀ ਦਾ ਤੁਹਾਨੂੰ ਜਵਾਬ ਮਿਲੇਗਾ। ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਅੰਮ੍ਰਿਤਪਾਲ ਜੀ, ਭੁਪਿੰਦਰ ਜੀ, ਕਿ ਜਿਹੜੀ ਤੁਹਾਡੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਜਿਹੜੇ ਬੱਚੇ ਦੇਖ ਰਹੇ ਨੇ ਉਹਨਾਂ ਦੇ ਬਹੁਤ ਸਾਰਿਆਂ ਦੇ ਕੰਮ ਵੀ ਆਊਗੀ। ਤੇ UK ਦੇ ਵਿੱਚ ਜਿਹੜੇ ਖਾਸ ਕਰਕੇ ਬੱਚੇ ਜਾਣਾ ਚਾਹੁੰਦੇ ਆ ਤੇ ਉਹ ਜੇਕਰ ਸੁਲਤਾਨਪੁਰ ਲੋਧੀ ਤੱਕ ਪਹੁੰਚ ਸਕਦੇ ਆ ਤਾਂ ਉਹ ਜ਼ਰੂਰ ਇਹਨਾਂ ਦੇ ਜਿਹੜਾ ਦਫ਼ਤਰ ਹੈ ਉੱਥੇ ਜਾ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਨੇ, ਹੋਰ ਜਾਣਕਾਰੀ ਹਾਸਲ ਕਰ ਸਕਦੇ ਨੇ। ਸੋ ਬਹੁਤ ਬਹੁਤ ਧੰਨਵਾਦ ਅੰਮ੍ਰਿਤਪਾਲ ਜੀ, ਭੁਪਿੰਦਰ ਜੀ ਤੁਹਾਡਾ। ਸੋ ਹੋਰ ਇਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਲੈ ਕੇ ਅਸੀਂ ਬੜੀ ਜਲਦ ਫਿਰ ਤੋਂ ਵਾਪਸ ਆਵਾਂਗੇ। ਫਿਲਹਾਲ ਦੇ ਲਈ ਸਿਰਫ ਇੰਨਾ ਹੀ। ਧੰਨਵਾਦ।